सुन सुन होवै परम गत मेरी, जलन बुझी शीतल होए मनुआ। सतगुर का दर्शन पाए जियो, बाणी गुरु गुरु है बाणी, विच बाणी अमृत सारे। गुर बाणी कह सेवक जन मानै, परतख गुरु निस्तारे। बाणी बिरलो विचारसी, जे को गुरमुख होए। एह बाणी महापुरख की, निज घर वासा होए। मांझ महला पंजवा, ऐथे तू है आगे आपे, जी जंत्र सब तेरे थापे। तुद बिन अवर न कोई करते, मैं धर ओट तुम्हारी जियो। रसना जप जप जीवै स्वामी, पार ब्रह्म प्रभ अंतर जामी। जिन सेवया तिन ही सुख पाया, सो जन्म न जूए हारी जियो। नाम अवखद जिन जन तेरे पाया, जन्म जन्म का रोग गवाया। हर कीर्तन गावो दिन राती, सफल इहा है कारी जियो। दृष्ट तार अपना दास सवारिया, घट घट अंतर पार ब्रह्म नमस्कारिया। एकस विण होर दूजा नाही,
ਬਾਬਾ ਨਾਨਕ ਇਹ ਮਤ ਸਾਰੀ ਜੀਓ। ਦ੍ਰਿਸ਼ਟ ਧਾਰ ਆਪਣਾ ਦਾਸ ਸਵਾਰਿਆ। ਘਟ ਘਟ ਅੰਤਰ ਪਾਰ ਬ੍ਰਹਮ ਨਮਸਕਾਰਿਆ। ਇਕਸ ਬਿਨ ਹੋਰ ਦੂਜਾ ਨਾਹੀਂ। ਬਾਬਾ ਨਾਨਕ ਇਹ ਮਤ ਸਾਰੀ ਜੀਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ, ਆਪ ਸਰਬੱਤਰ ਮਾਈ ਭਾਈ ਵਡਭਾਗੀ ਹੋ। ਆਪ ਜੀ ਨੇ ਜੋ ਇਹ ਪਾਵਨ ਸ਼ਬਦ ਸਰਵਣ ਕੀਤਾ ਹੈ ਮਾਝ ਰਾਗ ਵਿੱਚ, ਪੰਚਮ ਗੁਰਦੇਵ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਪਾਵਨ ਰਸਨਾ ਤੋਂ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 107 ਅਤੇ 8 ਉੱਪਰ ਸੁਭਾਈਮਾਨ ਹੈ। ਇਸ ਪਾਵਨ ਸ਼ਬਦ ਦੀ ਵਿਚਾਰ ਆਪ ਜੀ ਨੂੰ ਗਿਆਨੀ ਹਰਵਿੰਦਰ ਸਿੰਘ ਜੀ ਲਖਨਊ ਵਾਲੇ ਸਰਵਣ ਕਰਵਾਉਣਗੇ। ਉਹਨਾਂ ਦਾ ਇੱਕ ਦਿਨ ਦਾ ਸਮਾਂ ਹੈ। ਸਾਡੇ ਪਾਸ ਸੰਗਤ ਵੱਲੋਂ, ਪ੍ਰਬੰਧਕ ਸੇਵਾਦਾਰਾਂ ਵੱਲੋਂ ਭਾਈ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ। ਆਓ ਤਿਨਾਂ ਪਾਸੋਂ ਪ੍ਰੇਮ ਸਹਿਤ ਗੁਰਮਤਿ ਵਿਚਾਰਾਂ ਸਰਵਣ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ। ਵਾਹਿਗੁਰੂ ਸਾਹਿਬ ਜੀ ਤੇਰੀ ਸ਼ਰਨ ਮੇਰੇ ਦੀਨ ਦਇਆਲਾ। ਸੁਖ ਸਾਗਰ ਮੇਰੇ ਗੁਰ ਗੋਪਾਲਾ। ਕਰ ਕਿਰਪਾ ਨਾਨਕ ਗੁਣ ਗਾਵੇ। ਰੱਖੋ ਸ਼ਰਮ ਅਸੜੀ ਜੀਓ। ਕਰੋ ਕਿਰਪਾ ਕਰੁਣਾ ਪਤੇ। ਤੇਰੇ ਹਰ ਗੁਣ ਗਾਓ। ਨਾਨਕ ਕੀ ਪ੍ਰਭ ਬੇਨਤੀ। ਸਾਧ ਸੰਗ ਸਮਾਓ। ਜਿਉ ਬੋਲਾਵੇਂ ਤਿਉ ਬੋਲਹਿ ਸੁਆਮੀ। ਕੁਦਰਤ ਕਵਣ ਹਮਾਰੀ। ਸਾਧ ਸੰਗ ਨਾਨਕ ਜਸ ਗਾਇਓ। ਜੋ ਪ੍ਰਭ ਕੀ ਅਤ ਪਿਆਰੀ। ਸਾਧ ਸੰਗ ਨਾਨਕ ਜਸ ਗਾਇਓ। ਜੋ
ਪ੍ਰਭ ਕੀ ਅਤ ਪਿਆਰੀ। ਪਰਮ ਸਨਮਾਨ ਜੋਗ ਪਤਿਤ ਪਾਵਨ ਕਿਰਪਾ ਨਿਧਾਨ ਅਨਾਥਾਂ ਦੇ ਨਾਥ। ਜੁਗੋ ਜੁਗ ਅਟਲ ਸ਼ਬਦ ਗੁਰੂ। ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੀ ਗੁਰੂ ਪਿਆਰੀ ਸਵਾਰੀ ਸਾਧ ਸੰਗਤ ਵਡਭਾਗੇ ਹੋ। ਧੰਨ ਧੰਨ ਸਤਿਗੁਰੂ ਬਾਲਾ ਪ੍ਰੀਤਮ ਸਤਿਗੁਰੂ ਸ਼੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਜੀ ਵਿਖੇ ਹਾਜ਼ਰੀਆਂ ਭਰ ਕੇ ਆਪਣੇ ਜੀਵਨ ਨੂੰ ਸਫਲਾ ਪਈ ਕਰਦੇ ਹੋ। ਸਾਧ ਸੰਗਤ, ਇੱਕ ਵਿਦਵਾਨ ਲਿਖਦਾ ਹੈ ਕਿ ਗੁਰਦੁਆਰਾ ਬੰਗਲਾ ਸਾਹਿਬ ਸਾਨੂੰ ਵਾਰ-ਵਾਰ ਸ਼੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ ਪਰਉਪਕਾਰ ਯਾਦ ਕਰਾਉਂਦਾ ਹੈ। ਗੁਰਦੁਆਰਾ ਬੰਗਲਾ ਸਾਹਿਬ ਜਿਹੜਾ ਆਉਂਦਾ ਨਾ ਆਉਂਦਾ ਜ਼ਰੂਰ ਦੁਖੀ ਹੈ, ਪਰ ਇੱਥੋਂ ਨਾਮ ਦੀ ਦਾਤ ਲੈ ਕਰਕੇ ਆਪਣੇ ਹਿਰਦੇ ਨੂੰ ਸੁਖੀ ਕਰ ਲੈਂਦਾ ਹੈ। ਕਿਉਂਕਿ ਸ਼੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਪਾਤਸ਼ਾਹ ਮਹਾਰਾਜ ਇੱਥੇ ਨਾਮ ਦਾ ਦਾਰੂ ਵੰਡਦੇ ਨੇ, ਤੇ ਜਿਹੜਾ ਇਸ ਨਾਮ ਦੇ ਦਾਰੂ ਨੂੰ ਆਪਣੀ ਰਸਨਾ ਦੇ ਨਾਲ ਅੰਦਰ ਕਰ ਲੈਂਦਾ ਨਾ, ਸੱਚ ਜਾਣਿਓ ਉਸ ਦੇ ਸਾਰੇ ਦੁੱਖ ਤੇ ਸਾਰੇ ਰੋਗ ਜਿਹੜੇ ਨੇ ਉਹ ਮੁੱਕ ਜਾਂਦੇ ਹਨ। ਸਾਧ ਸੰਗਤ, ਇੱਥੇ ਕੋਈ ਵਿਤਕਰਾ ਨਹੀਂ। ਭਾਵੇਂ ਕੋਈ ਰਾਣਾ ਆਵੇ, ਭਾਵੇਂ ਕੋਈ ਰੰਕ ਆਵੇ, ਕਿਸੇ ਦੇ ਨਾਲ ਕੋਈ ਵਿਤਕਰਾ ਨਹੀਂ। ਸ਼੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਪਾਤਸ਼ਾਹ ਮਹਾਰਾਜ ਕਿਰਪਾ ਕਰਕੇ ਸਾਰਿਆਂ ਦੀਆਂ ਮੁਰਾਦਾਂ ਜਿਹੜੀਆਂ ਨੇ ਉਹ ਪੂਰੀਆਂ ਕਰਦੇ ਹਨ। ਉਹ ਵਿਦਵਾਨ ਲਿਖਦਾ ਹੈ, ਕਹਿੰਦਾ ਹੈ, ਉਹ ਵੇਖੋ ਬੰਗਲਾ ਸਾਹਿਬ ਹੈ, ਉਸੇ ਦੀ ਯਾਦ ਦਿਲਾ ਰਿਹਾ ਜੋ ਪਹੁੰਚੇ ਇੱਥੇ ਆਣ ਕੇ ਉਹ ਗੀਤ ਇਸੇ ਦੇ ਗਾ ਰਹੇ ਆ। ਫਿਰ ਅੱਗੇ ਕਹਿੰਦਾ ਹੈ, ਜੋ ਚਰਨ ਕਮਲ ਦਾ ਆਸਰਾ ਉਹ ਇੱਕ ਵਹਿੰਦਾ ਜਾ ਰਿਹਾ, ਉਹ ਸਭ ਦੁੱਖਾਂ ਤੇ ਰੋਗਾਂ ਦਾ ਇੱਕ ਦਾਰੂ ਬਣਦਾ ਜਾ ਰਿਹਾ। ਇੱਥੇ ਰਾਣਾ ਰੰਕ ਬਰਾਬਰੀ ਹਰ ਆਪਣੀ ਝੋਲ ਫੈਲਾ ਰਿਹਾ, ਉਹ ਜਿਤਨੀ ਝੋਲੀ ਵੇਖਦਾ ਵਿੱਚ ਖੈਰ ਉਤਨੀ ਪਾ ਰਿਹਾ। ਸਾਧ ਸੰਗਤ, ਆਪ ਜੀ ਵਡਭਾਗੇ ਹੋ। ਸ਼੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਪਵਿੱਤਰ ਅਸਥਾਨ ਤੇ ਹਾਜ਼ਰੀਆਂ ਭਰ ਕੇ ਆਪਣੇ ਜੀਵਨ ਨੂੰ ਸਫਲਾ ਪਈ ਕਰਦੇ ਹੋ। ਆਓ ਸ਼ਬਦ ਦੀ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਸਾਰੇ ਹੀ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਾਵਨ ਪਵਿੱਤਰ ਅਸਥਾਨ ਤੇ ਚੱਲ ਰਹੀ ਲੜੀਵਾਰ ਕਥਾ 'ਚ ਜਿਹੜਾ ਅੱਜ ਵਿਚਾਰ ਅਧੀਨ ਪਾਵਨ ਪਵਿੱਤਰ ਸ਼ਬਦ ਹੈ, ਮਾਝ ਰਾਗ ਵਿੱਚ ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਪਵਿੱਤਰ ਮੁਖਾਰ ਬਿੰਦ ਤੋਂ ਉਚਾਰਨ ਕੀਤਾ ਹੋਇਆ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਪਵਿੱਤਰ ਅੰਗ 107 ਅਤੇ 108 ਤੇ ਸੁਭਾਇਮਾਨ ਹੈ। ਮੂਲ ਪਾਠ ਆਪ ਜੀਆਂ ਨੇ ਅਤ ਸਤਿਕਾਰਯੋਗ ਗੁਰੂ ਘਰ ਕੇ ਵਜ਼ੀਰ ਗਿਆਨੀ ਯੋਗਿੰਦਰ ਸਿੰਘ ਜੀ ਪਾਰਸ ਜੀ ਪਾਸੋਂ ਸਰਵਣ ਕੀਤਾ ਹੈ। ਸਤਿਗੁਰੂ ਪਾਤਸ਼ਾਹ ਕਿਰਪਾ ਕਰਦੇ ਨੇ, ਐਥੈ ਤੂੰ ਹੈ ਆਗੈ ਆਪੇ। ਹੇ ਪ੍ਰਮਾਤਮਾ, ਇਸ ਲੋਕ ਦੇ ਅੰਦਰ ਵੀ ਤੂੰ ਹੀ ਮੇਰਾ ਸਹਾਰਾ ਹੈ, ਤੇ ਅਗਲੇ ਲੋਕ ਦੇ ਅੰਦਰ ਵੀ ਤੂੰ ਹੀ ਮੈਨੂੰ ਟੇਕ ਦੇਣ ਵਾਲਾ ਹੈ। ਜੀ ਜੰਤਰ ਸਭ ਤੇਰੇ ਥਾਪੇ। ਸਾਰੇ ਜੀਵ ਜੰਤ ਜਿਹੜੇ ਨੇ ਉਹ ਤੇਰੇ ਪੈਦਾ ਕੀਤੇ ਹੋਏ ਨੇ, ਤੇ ਹਰ ਇੱਕ ਇਨਸਾਨ ਨੂੰ, ਹਰ ਇੱਕ ਜੀਵ ਨੂੰ ਹਰੇਕ ਥਾਂ ਤੇ ਹਰੇਕ ਜਗ੍ਹਾ
ਹਰ ਇੱਕ ਜਹਾਨ ਦੇ ਅੰਦਰ हे ਪ੍ਰਮਾਤਮਾ ਤੇਰਾ ਹੀ ਸਹਾਰਾ ਹੈ, ਹੋਰ ਕੋਈ ਦੂਜਾ ਸਹਾਰਾ ਨਹੀਂ। ਸਤਿਗੁਰੂ ਪਾਤਸ਼ਾਹ ਕਹਿੰਦੇ ਨੇ, ਐਥੈ ਉਥੈ ਰਖਵਾਲਾ, ਸਤ ਪ੍ਰਭ ਸਤਿਗੁਰ ਦੀਨ ਦਿਆਲਾ। हे ਪ੍ਰਮਾਤਮਾ ਹਰੇਕ ਥਾਂ, ਇੱਥੇ ਵੀ ਤੇ ਉੱਥੇ ਵੀ, ਇਸ ਲੋਕ ਦੇ ਅੰਦਰ ਵੀ ਤੇ ਪਰਲੋਕ ਵਿੱਚ ਵੀ ਮੇਰੀ ਸਹਾਇਤਾ ਕਰਨ ਵਾਲਾ ਕੇਵਲ ਇੱਕ ਤੂੰ ਹੈ। ਸਾਧ ਸੰਗਤ, ਭਾਈ ਸਾਹਿਬ ਭਾਈ ਨੰਦ ਲਾਲ ਸਾਹਿਬ ਨੇ ਜਦੋਂ ਜ਼ਿੰਦਗੀ ਨਾਮੇ ਦੀ ਆਰੰਭਤਾ ਕੀਤੀ ਨਾ, ਤਾਂ ਪਹਿਲਾ ਸ਼ੇਰ ਜਿਹੜਾ ਨਾ ਇਸੀ ਬਾਬਤ ਉਚਾਰਨ ਕੀਤਾ, हे ਪ੍ਰਮਾਤਮਾ ਤੂੰ ਧਰਤੀ ਦਾ ਵੀ ਮਾਲਕ ਹੈ ਤੇ ਆਕਾਸ਼ ਦਾ ਵੀ, ਇਸ ਲੋਕ ਦਾ ਵੀ ਮਾਲਕ ਤੂੰ ਤੇ ਪਰਲੋਕ ਦਾ ਵੀ ਮਾਲਕ ਤੂੰ, ਤੇ ਹਰੇਕ ਜੀਵ ਦਾ ਸਹਾਰਾ ਤੂੰ ਹੈ, ਹਰੇਕ ਜੀਵ ਦੀ ਜ਼ਿੰਦਗੀ हे ਪ੍ਰਮਾਤਮਾ ਤੂੰ ਹੈ, ਤੇਰੇ ਤੋਂ ਇਲਾਵਾ ਹੋਰ ਕੋਈ ਦੂਜਾ ਤੀਜਾ ਨਹੀਂ। ਭਾਈ ਨੰਦ ਲਾਲ ਸਾਹਿਬ ਕਹਿੰਦੇ ਨੇ, ਆ ਖੁਦਾਵੰਤ ਜ਼ਮੀਨੋ ਆਸਮਾਂ, हे ਪ੍ਰਮਾਤਮਾ हे ਖੁਦਾ ਤੂੰ ਜ਼ਮੀਨ ਤੇ ਆਸਮਾਨ ਦਾ ਮਾਲਕ ਹੈ, ਜ਼ਿੰਦਗੀ ਬਖਸ਼ ਵਜੂਦ ਇਨਸੋ ਜਾਂ, ਸਾਰਿਆਂ ਨੂੰ ਜ਼ਿੰਦਗੀ ਬਖਸ਼ਣ ਵਾਲਾ, ਚਾਹੇ ਕੋਈ ਮਨੁੱਖ ਹੋਵੇ ਚਾਹੇ ਇਸ ਧਰਤੀ ਦੇ ਹੋਰ ਜੀਵ ਹੋਵਣ, हे ਪ੍ਰਮਾਤਮਾ ਤੂੰ ਹੀ ਸਾਰਿਆਂ ਦਾ ਰਾਖਾ ਹੈ। ਇੱਥੇ ਤੂੰ ਹੈ ਆਗੇ ਆਪੇ, ਇਸ ਲੋਕ ਦੇ ਅੰਦਰ ਮੇਰੀ ਸਹਾਇਤਾ ਤੂੰ ਕਰਦਾ ਹੈ ਤੇ ਪਰਲੋਕ ਵਿੱਚ ਵੀ ਮੇਰਾ ਅਸਲ ਸਾਥੀ ਤੂੰ ਹੀ ਹੈ। ਅਸੀਂ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਦੇ ਬਚਨ ਪੜ੍ਹਦੇ ਹਾਂ। ਪਾਤਸ਼ਾਹ ਕਹਿੰਦੇ, ਮਾਧੋ ਤੂੰ ਠਾਕੁਰ ਸਿਰ ਮੋਰਾ, हे ਪ੍ਰਮਾਤਮਾ ਤੂੰ ਮੇਰੇ ਸਿਰ ਦਾ ਰਾਖਾ ਹੈ। ਮਾਧਵ ਤੂੰ ਠਾਕੁਰ ਸਿਰ ਮੋਰਾ, ਇਹਾਂ ਉਹਾਂ ਤੁਹਾਰੋ ਧੋਰਾ। ਇਸ ਲੋਕ ਦੇ ਅੰਦਰ ਤੇ ਪਰਲੋਕ ਅੰਦਰ हे ਪ੍ਰਮਾਤਮਾ ਮੈਨੂੰ ਤੇਰਾ ਹੀ ਸਹਾਰਾ ਹੈ। ਸਾਧ ਸੰਗਤ, ਆਸਾ ਕੀ ਵਾਰ ਦਾ ਕੀਰਤਨ ਆਪ ਜੀ ਨੇ ਬੜੇ ਪਿਆਰ ਸਤਿਕਾਰ ਨਾਲ ਸਰਵਣ ਕੀਤਾ। ਧੰਨ ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਨੇ ਇੱਕ ਗੱਲ ਸਾਨੂੰ ਦ੍ਰਿੜ ਕਰਾ ਦਿੱਤੀ। ਪਾਤਸ਼ਾਹ ਕਹਿੰਦੇ, ਸਜਣਾ ਜੇ ਕੋਈ ਤੇਰਾ ਸੱਚਾ ਮਿੱਤਰ ਹੈ ਨਾ, ਇਸ ਲੋਕ ਦੇ ਅੰਦਰ ਵੀ ਤੇ ਪਰਲੋਕ ਵਿੱਚ ਵੀ ਉਹ ਪਰਮਾਤਮਾ ਹੈ, ਤੇ ਪਰਮਾਤਮਾ ਦੇ ਨਾਮ ਨੂੰ ਆਪਣਾ ਸੱਚਾ ਸਾਹੀ ਮਿੱਤਰ ਜਿਹੜਾ ਨਾ ਉਹ ਬਣਾ। ਕਿਉਂਕਿ ਜੇ ਤੂੰ ਪਰਮਾਤਮਾ ਨੂੰ ਛੱਡ ਕੇ ਹੋਰ ਕਿਸੇ ਦੇ ਨਾਲ ਮਿੱਤਰਤਾ ਪਾਉਂਦਾ ਨਾ, ਤਾਂ ਫਿਰ ਇਹ ਸਦੀ ਵੀ ਨਿਭਣ ਵਾਲਾ ਨਹੀਂ। ਕਿਉਂਕਿ ਹਰ ਚੀਜ਼, ਹਰ ਵਸਤੂ, ਹਰ ਪਦਾਰਥ ਜਿਹੜਾ ਨਾ, ਜਿਹੜਾ ਦ੍ਰਿਸ਼ਟਮਾਨ ਹੈ, ਇਸ ਦਾ ਇੱਕ ਦਿਨ ਨਾਸ਼ ਹੋ ਜਾਣਾ ਹੈ। ਸਭ ਕੁਝ ਨਾਸ਼ਵੰਤ ਹੈ। ਸ਼ਲੋਕ ਆਪ ਸਾਰਿਆਂ ਨੂੰ ਚੇਤੇ ਹੋਵੇਗਾ। ਪਾਤਸ਼ਾਹ ਜੀ ਕਹਿੰਦੇ ਨੇ, ਕੂੜ ਰਾਜਾ ਕੂੜ ਪਰਜਾ ਕੂੜ ਸਭ ਸੰਸਾਰ। ਜੇ ਅਸੀਂ ਪਹੁੰਚ ਕਰੀਏ ਰਾਜਾ ਮਹਾਰਾਜਿਆਂ ਤੱਕ, ਤਾਂ ਧੰਨ ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਕੂੜ ਨੇ, ਨਾਸਵੰਤ ਨੇ। ਜੇ ਆਮ ਲੋਕਾਂ ਦੀ ਗੱਲ ਕਰੀਏ ਤੇ ਉਹਨਾਂ ਦਾ ਵੀ ਨਾਸ਼ ਹੈ, ਉਹ ਵੀ ਛਲ ਰੂਪ ਨੇ। ਕੂੜ ਰਾਜਾ ਕੂੜ ਪਰਜਾ ਕੂੜ ਸਭ ਸੰਸਾਰ, ਕੂੜ ਮੰਡਪ ਕੂੜ ਮਾੜੀ ਕੂੜ ਬੈਸਣਹਾਰ। ਕੂੜ ਸੋਇਨਾ ਕੂੜ ਰੂਪਾ ਕੂੜ ਪਹਿਨਣਹਾਰ, ਕੂੜ ਕਾਇਆ ਕੂੜ ਕੱਪੜ ਕੂੜ ਰੂਪ ਅਪਾਰ। ਕੂੜ ਮੀਆਂ ਕੂੜ ਬੀਬੀ ਖੱਪ ਹੋਏ ਖਾਰ, ਪਰ ਕਹਿਣ ਲੱਗੇ ਕੂੜ ਕੂੜੈ ਨੇਹੋਂ ਲੱਗਾ ਵਿਸਰਿਆ ਕਰਤਾਰ। ਹੁਣ ਗੱਲ ਜਿਹੜੀ ਹੈ ਨਾ ਸੱਚਾਈ ਦੀ ਇਹ ਹੈ ਕਿ ਕੂੜ ਦਾ ਕੂੜ ਦੇ ਨਾਲ ਪਿਆਰ ਪਿਆ ਹੋਇਆ ਹੈ। ਨਾਸਵੰਤ ਉਹ ਵੀ ਹੈ ਜਿਹੜਾ ਪਿਆਰ ਕਰਦਾ ਪਿਆ, ਤੇ ਨਾਸਵੰਤ ਉਹ ਵੀ ਨੇ ਜਿਨ੍ਹਾਂ ਦੇ ਨਾਲ ਪਿਆਰ ਕਰਦਾ ਹੈ। ਪਾਤਸ਼ਾਹ ਕਹਿੰਦੇ ਇਹ ਕੂੜ ਜਿਹੜਾ ਨਾ ਬੜਾ ਮਿੱਠਾ ਲੱਗਦਾ ਹੈ। ਮਨੁੱਖ ਨੂੰ ਵਿਸ਼ਵਾਸ ਨਹੀਂ ਜੇ ਹੁੰਦਾ ਕਿ ਮੈਂ ਵੀ ਨਾਸ ਹੋਣਾ ਹੈ ਤੇ ਇਹਨਾਂ ਨੇ ਵੀ ਨਾਸ ਹੋਣਾ ਹੈ। ਪਾਤਸ਼ਾਹ ਕਹਿੰਦੇ ਕੂੜ ਕੂੜੈ ਨੇਹੋਂ ਲੱਗਾ ਵਿਸਰਿਆ ਕਰਤਾਰ, ਕਿਸ ਨਾਲ ਕੀਚੈ ਦੋਸਤੀ ਸਭ ਜਗ ਚੱਲਣਹਾਰ। ਹੁਣ ਕਿਹਦੇ ਨਾਲ ਦੋਸਤੀ ਕਰੀਏ? ਕਿਉਂਕਿ ਜਿਹੜਾ ਇਹ ਪਸਾਰਾ ਹੈ ਨਾ, ਇਹ ਤਾਂ ਨਾਸਵੰਤ ਹੈ। ਪਰ ਮਨੁੱਖ ਨੂੰ ਨਾ ਇਹ ਸਾਰਾ ਜਿਹੜਾ ਨਾਸਵੰਤ ਪਸਾਰਾ ਹੈ, ਇਸ ਨੂੰ ਬੜਾ ਮਿੱਠਾ ਇਹ ਲੱਗਦਾ ਹੈ। ਇਸ ਕਰਕੇ ਪਾਤਸ਼ਾਹ ਕਹਿੰਦੇ ਨੇ ਕੂੜ ਮਿੱਠਾ, ਬੜਾ ਮਿੱਠਾ ਇਸ ਨੂੰ ਇਹ ਜਾਪਦਾ ਹੈ।
ਕੂੜ ਮਾਖਿਓ, ਮਾਖਿਓ ਕਹਿੰਦੇ ਨੇ ਸ਼ਹਿਦ ਨੂੰ। ਜਿਵੇਂ ਸ਼ਹਿਦ ਮਿੱਠਾ ਲੱਗਦਾ ਹੈ ਨਾ, ਇਵੇਂ ਹੀ ਇਹ ਦੁਨੀਆ ਦਾ ਪਸਾਰਾ ਮਨੁੱਖ ਨੂੰ ਬੜਾ ਮਿੱਠਾ ਨਜ਼ਰ ਆਉਂਦਾ ਹੈ। ਕੂੜ ਮਿੱਠਾ ਕੂੜ ਮਾਖਿਓ, ਕੂੜ ਡੋਬੇ ਪੂਰ, ਨਾਨਕ ਵਖਾਣੈ ਬੇਨਤੀ, ਤੁਧ ਬਾਜ ਕੂੜੋ ਕੂੜ। ਹੇ ਪਰਮਾਤਮਾ, ਤੇਰੇ ਤੋਂ ਬਗੈਰ ਸਾਰਾ ਕੁਝ ਜਿਹੜਾ ਨਾ ਉਹ ਨਾਸਵੰਤ ਹੈ। ਇੱਕ ਤੂੰ ਤੇ ਇੱਕ ਤੇਰਾ ਨਾਮ ਜਿਹੜਾ ਨਾ ਇਹ ਸਦੀ ਵੀ ਰਹਿਣ ਵਾਲਾ ਹੈ। ਇੱਥੇ ਤੂੰ ਹੈ ਆਗੇ ਆਪੇ। ਸਾਧ ਸੰਗਤ, ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਨੇ ਜਦੋਂ ਪਹਿਲੀ ਉਦਾਸੀ ਦੀ ਆਰੰਭਤਾ ਕੀਤੀ ਨਾ, ਤਾਂ ਪਾਤਸ਼ਾਹ ਲਾਹੌਰ ਗਏ ਨੇ। ਆਪ ਸਾਰਿਆਂ ਨੇ ਸਾਖੀ ਸੁਣੀ ਹੈ। ਲਾਹੌਰ ਦੁਨੀ ਚੰਦ ਜਿਹੜਾ ਗੁਰੂ ਜੀ ਦੇ ਦਰਸ਼ਨਾਂ ਵਾਸਤੇ ਆਉਂਦਾ ਹੈ ਤੇ ਬੇਨਤੀ ਕਰਕੇ ਆਪਣੇ ਘਰ ਲੈ ਕਰਕੇ ਜਾਂਦਾ ਹੈ। ਤੇ ਜਦੋਂ ਸਤਿਗੁਰੂ ਨੂੰ ਪਤਾ ਲੱਗਦਾ ਹੈ ਨਾ, ਇਹ ਬੜਾ ਵੱਡਾ ਸ਼ਾਹੂਕਾਰ ਹੈ, ਬਹੁਤ ਧਨ ਇਸਨੇ ਜੋੜਿਆ ਹੋਇਆ ਹੈ। ਲੋਕਾਂ ਨੇ ਦੱਸਿਆ ਸੱਚੇ ਪਾਤਸ਼ਾਹ ਅਮੀਰ ਤਾਂ ਬਹੁਤ ਹੈ, ਪਰ ਅਮੀਰ ਜਿਹੜਾ ਨਾ ਐਦਾਂ ਨਹੀਂ ਬਣਿਆ। ਅਮੀਰ ਬਣਿਆ ਠੱਗੀਆਂ ਕਰਕੇ, ਦੂਜਿਆਂ ਦਾ ਹੱਕ ਮਾਰ ਕੇ। ਤੇ ਸਤਿਗੁਰੂ ਨੇ ਸੋਚਿਆ ਕਿ ਇਸ ਨੂੰ ਪਰਮਾਤਮਾ ਨਾਲ ਜੋੜ ਦਈਏ। ਇਹ ਜਿਹੜੀਆਂ ਠੱਗੀਆਂ ਕਰਦਾ ਹੈ ਨਾ, ਇਹ ਜਿਹੜਾ ਦੂਜੇ ਦਾ ਹੱਕ ਮਾਰਦਾ ਹੈ, ਇਸ ਤੋਂ ਇਸ ਨੂੰ ਬਚਾਈਏ। ਸਾਧ ਸੰਗਤ, ਪਾਤਸ਼ਾਹ ਨੇ ਇੱਕ ਸੋਈ ਦਿੱਤੀ ਕਿ ਦੁਨੀ ਚੰਦ ਅਸੀਂ ਤੇਰੇ ਤੋਂ ਪਰਲੋਕ ਵਿੱਚ ਲਵਾਂਗੇ। ਦੁਨੀ ਚੰਦ ਕਹਿਣ ਲੱਗਾ, ਸੱਚੇ ਪਾਤਸ਼ਾਹ ਉੱਥੇ ਤਾਂ ਕੁਝ ਵੀ ਨਾਲ ਨਹੀਂ ਜਾਂਦਾ, ਇਹ ਸੋਈ ਕਿਵੇਂ ਨਾਲ ਜਾ ਸਕਦੀ ਹੈ? ਪਾਤਸ਼ਾਹ ਕਹਿਣ ਲੱਗੇ, ਦੁਨੀ ਚੰਦ, ਇਹ ਦੂਜਿਆਂ ਦਾ ਹੱਕ ਮਾਰ ਕੇ, ਠੱਗੀਆਂ ਕਰਕੇ, ਚੋਰੀਆਂ ਕਰਕੇ ਜਿਹੜਾ ਤੂੰ ਧਨ ਜੋੜਦਾ ਪਿਆ, ਇਹ ਕਿਵੇਂ ਨਾਲ ਜਾ ਸਕਦਾ ਹੈ? ਸਾਧ ਸੰਗਤ, ਧਨ ਜੋੜਨਾ ਮਾੜੀ ਗੱਲ ਨਹੀਂ। ਮਿਹਨਤ ਕਰਕੇ ਨੇਕ ਨੀਅਤ ਦੀ ਕਮਾਈ ਦੇ ਨਾਲ ਜਿਹੜਾ ਧਨ ਜੋੜਿਆ ਜਾਵੇ ਉਹ ਮਾੜਾ ਨਹੀਂ। ਫਿਰ ਉਸ ਵਿੱਚੋਂ ਦਸਵੰਤ ਕੱਢੀਏ, ਉਹ ਸਫਲਾ ਹੋ ਜਾਂਦਾ ਹੈ। ਪਰ ਜਿਹੜਾ ਧਨ ਪਰਾਈਆਂ ਠੱਗੀਆਂ ਕਰਕੇ, ਪਰਾਇਆ ਧਨ ਮਾਰ ਕੇ, ਹੱਕ ਮਾਰ ਕੇ ਜੋੜਿਆ ਜਾਵੇ ਨਾ, ਉਹ ਕਿਤੇ ਲੇਖੇ ਦਾ ਨਹੀਂ। ਧੰਨ ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਨੇ ਸੋਈ ਦਿੱਤੇ, ਦੁਨੀ ਚੰਦ ਅਗਲੇ ਜਹਾਨ ਲਵਾਂਗੇ। ਦੁਨੀ ਚੰਦ ਕਹਿੰਦਾ, ਪਾਤਸ਼ਾਹ ਉੱਥੇ ਤਾਂ ਨਾਲ ਕੁਝ ਵੀ ਨਹੀਂ ਜੇ ਜਾਂਦਾ, ਇਹ ਸੋਈ ਕਿਵੇਂ ਨਾਲ ਜਾ ਸਕਦੀ ਹੈ? ਸਾਧ ਸੰਗਤ, ਪ੍ਰਿੰਸੀਪਲ ਸਤਬੀਰ ਸਿੰਘ ਜੀ ਨੇ ਬੜੇ ਕਮਾਲ ਦੀ ਗੱਲ ਲਿਖੀ। ਉਹ ਕਹਿੰਦੇ ਸੂਈ ਜਿਹੜੀ ਹੈ ਨਾ, ਦੋ ਕੰਮ ਕਰਦੀ ਹੈ। ਪਹਿਲਾ ਕੰਮ, ਜੇ ਕਿਸੇ ਸੁੱਤੇ ਹੋਏ ਨੂੰ ਚੁਬੋ ਦਈਏ ਨਾ, ਤੇ ਉਸ ਨੂੰ ਜਾਗ ਆ ਜਾਂਦੀ ਹੈ, ਅੱਖ ਖੁੱਲ ਜਾਂਦੀ ਹੈ। ਤੇ ਜਿੱਤੇ ਫਟਾ ਹੋਇਆ ਕੱਪੜਾ ਹੋਵੇ ਨਾ, ਇਹ ਕੱਪੜੇ ਨੂੰ ਜੋੜ ਦਿੰਦੀ ਹੈ। ਕਹਿੰਦੇ ਗੁਰੂ ਨਾਨਕ ਦੀ ਸੂਈ ਨੇ ਦੋਵੇਂ ਕੰਮ ਕਰ ਦਿੱਤੇ। ਪਹਿਲਾ ਦੁਨੀ ਚੰਦ ਨੂੰ ਜਗਾ ਦਿੱਤਾ, ਤੇ ਫਿਰ ਜਗਾ ਕਰਕੇ ਨਾ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਜੋੜ ਦਿੱਤਾ। ਪਾਤਸ਼ਾਹ ਕਹਿੰਦੇ ਦੁਨੀ ਚੰਦ ਨਾਲ ਤੁਰਨ ਵਾਲਾ ਕੋਈ ਨਹੀਂ। ਹਮੇਸ਼ਾ ਜਿਹੜਾ ਸਹਾਇਤਾ ਕਰਦਾ ਨਾ ਬੰਦੇ ਦੀ, ਉਹ ਕੇਵਲ ਪਰਮਾਤਮਾ ਦਾ ਨਾਮ ਹੈ। ਇੱਥੇ ਤੂੰ ਹੈ ਆਗੇ ਆਪੇ। ਹੇ ਪਰਮਾਤਮਾ, ਤੇਰਾ ਨਾਮ ਹੀ ਮੇਰਾ ਸਹਾਇਕ ਹੈ, ਮੇਰਾ ਸਹਾਰਾ ਬਣਦਾ ਹੈ। ਸਾਧ ਸੰਗਤ, ਧਨਾਸਰੀ ਰਾਗ ਵਿੱਚ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਦਾ ਇੱਕ ਸ਼ਬਦ ਆਉਂਦਾ ਹੈ। ਪਾਤਸ਼ਾਹ ਕਹਿੰਦੇ, ਭਾਈ ਪਰਮਾਤਮਾ ਦਾ ਨਾਮ ਜਪਿਆ ਕਰੋ। ਮੈਂ ਵੀ ਜਪਦਾ ਹਾਂ, ਤੇ ਨਾਮ ਜਪ ਕਰਕੇ, ਸਿਮਰਨ ਕਰਕੇ ਮੈਂ ਆਤਮਕ ਆਨੰਦ ਦੀ ਪ੍ਰਾਪਤੀ ਕਰ ਲਈਏ। ਕਿਉਂਕਿ ਮੈਂ ਹਰੇਕ ਸਵਾਸ ਪਰਮਾਤਮਾ ਦੇ ਨਾਮ ਦੀ ਸੰਭਾਲ ਕਰਦਾ ਹਾਂ, ਤੇ ਜਿਹੜਾ ਜਪਦਾ ਹੈ ਨਾ, ਉਹ ਆਤਮਕ ਆਨੰਦ ਦੀ ਪ੍ਰਾਪਤੀ ਕਰ ਲੈਂਦਾ ਹੈ। ਪਾਤਸ਼ਾਹ ਕਹਿੰਦੇ, ਸਿਮਰਉ ਸਿਮਰ ਸਿਮਰ ਸੁਖ ਪਾਵੋ, ਸਾਸ ਸਾਸ ਸੰਭਾਲੇ। ਇਹ ਲੋਕ ਪਰਲੋਕ ਸੰਗ ਸਹਾਈ ਜਤ ਕਤ ਮੋਹਿ ਰਖਵਾਲੇ। ਜਿੱਥੇ ਕਿੱਥੇ ਹਰੇਕ ਥਾਂ ਪਰਮਾਤਮਾ ਦਾ ਨਾਮ ਜਿਹੜਾ ਨਾ, ਉਹ ਰਾਖੀ ਕਰਨ ਵਾਲਾ ਹੈ। ਇਸ ਲੋਕ ਦੇ ਅੰਦਰ ਵੀ ਤੇ ਪਰਲੋਕ ਵਿੱਚ ਵੀ। ਇਹ ਲੋਕ ਪਰਲੋਕ ਸੰਗ ਸਹਾਈ ਜਤ ਕਤ ਮੋਹਿ ਰਖਵਾਲੇ। ਗੁਰ ਕਾ ਬਚਨ ਬਸੈ ਜੀ ਨਾਲੇ। ਜਲ ਨਹੀਂ ਡੂਬੈ ਤਸ ਕਰ ਨਹੀਂ ਲੇਵੈ, ਭਾਇ ਨ ਸਾਕੈ ਜਾਲੇ। ਕਹਿੰਦੇ ਗੁਰੂ ਦਾ ਬਚਨ
ਜਿਹੜਾ ਅੰਮ੍ਰਿਤ ਭਰਪੂਰ ਹੈ, ਜਿਹੜਾ ਬਚਨ ਸਾਨੂੰ ਪਰਮਾਤਮਾ ਦੇ ਨਾਲ ਜੋੜਦਾ ਹੈ, ਜਿਸ ਬਚਨ ਦੇ ਅੰਦਰ ਪਰਮਾਤਮਾ ਦੇ ਨਾਮ ਦੀ ਸੰਭਾਲ ਕੀਤੀ ਹੋਈ ਹੈ ਨਾ, ਇਹ ਗੁਰੂ ਦਾ ਬਚਨ ਕੇਵਲ ਸਰੀਰ ਦੇ ਨਾਲ ਨਹੀਂ ਜੇ ਤੁਰਦਾ ਸਾਧ ਸੰਗਤ, ਇਹ ਤਾਂ ਜਿੰਦ ਦੇ ਨਾਲ ਤੁਰਨ ਵਾਲਾ ਹੈ, ਆਤਮਾ ਦੇ ਨਾਲ ਤੁਰਨ ਵਾਲਾ ਹੈ। ਫਿਰ ਪਾਤਸ਼ਾਹ ਕਹਿੰਦੇ ਜਲ ਨਹੀਂ ਡੁੱਬੈ ਤਸ ਕਰ ਨਹੀਂ ਲੇਵੈ ਭਾ ਨਾ ਸਾਕੈ ਜਾਲੇ। ਜਦੋਂ ਅਸੀਂ ਧਨ ਇਕੱਠਾ ਕਰਦੇ ਆ ਨਾ, ਫਿਰ ਸਾਡੇ ਮਨ ਵਿੱਚ ਇੱਕ ਤੌਖਲਾ ਬਣਿਆ ਰਹਿੰਦਾ, ਕਿਤੇ ਚੋਰ ਚੁਰਾ ਨਾ ਲਏ। ਇਸ ਕਰਕੇ ਸਿਕਿਉਰਿਟੀ ਵਿੱਚ ਰੱਖਦੇ ਆ, ਸਾਂਭ ਕੇ ਰੱਖਦੇ ਆ। ਪਰ ਸਤਿਗੁਰ ਕਹਿੰਦੇ ਇਹ ਜਿਹੜਾ ਨਾਮ ਦਾ ਧਨ ਹੈ ਨਾ, ਇਸ ਨੂੰ ਕੋਈ ਚੋਰ ਚੁਰਾ ਨਹੀਂ ਜੇ ਸਕਦਾ। ਜਲ ਨਹੀਂ ਡੁੱਬੈ, ਕਈ ਵਾਰੀ ਹੜ੍ਹ ਆਉਂਦਾ ਹੈ, ਹੜ੍ਹ ਜਿਹੜਾ ਨਾ ਸਭ ਕੁਝ ਤੈਸ਼ ਨਹਿਸ ਕਰ ਦਿੰਦਾ ਹੈ, ਸਭ ਕੁਝ ਰੋੜ ਕਰਕੇ ਲੈ ਜਾਂਦਾ ਹੈ। ਪਰ ਪਾਤਸ਼ਾਹ ਕਹਿੰਦੇ ਇਹ ਨਾਮ ਧਨ ਐਸਾ ਧਨ ਹੈ, ਜਲ ਜਿਹੜਾ ਨਾ ਇਸ ਨੂੰ ਰੋੜ ਨਹੀਂ ਜੇ ਸਕਦਾ। ਕਈ ਵਾਰੀ ਅਸੀਂ ਵੇਖਦੇ ਹਾਂ ਅੱਗ ਲੱਗਦੀ ਹੈ, ਘਰ ਦੇ ਘਰ ਸੜ ਕੇ ਸੁਆਹ ਹੋ ਜਾਂਦੇ ਹਨ। ਮਨੁੱਖ ਦੀ ਸਾਰੀ ਜ਼ਿੰਦਗੀ ਦੀ ਕਮਾਈ ਜਿਹੜੀ ਹੈ ਨਾ, ਉਹ ਚੰਦ ਮਿੰਟਾਂ ਦੇ ਅੰਦਰ ਨਾਸ ਹੋ ਜਾਂਦੀ ਹੈ। ਪਰ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਕਹਿੰਦੇ ਸਜਣਾ, ਜੇ ਤੂੰ ਨਾਮ ਧਨ ਨੂੰ ਜੋੜੇਂਗਾ ਨਾ, ਇਹ ਕਦੇ ਵੀ ਨਾਸ ਹੋਣ ਵਾਲੀ ਨਹੀਂ। ਜਲ ਨਹੀਂ ਡੁੱਬੈ ਤਸ ਕਰ ਨਹੀਂ ਲੇਵੈ ਭਾ ਨਾ ਸਾਕੈ ਜਾਲੇ। ਫਿਰ ਅੱਗੇ ਪਾਤਸ਼ਾਹ ਨੇ ਕਿਰਪਾ ਕੀਤੀ, ਕਹਿਣ ਲੱਗੇ ਨਿਰਧਨ ਕੋ ਧਨ ਅੰਧਲੇ ਕੋ ਟਿਕ ਮਾਤ ਦੂਧ ਜੈਸੇ ਬਾਲੇ। ਹੁਣ ਸਹਾਰਾ ਕਿਵੇਂ ਦਿੰਦਾ ਹੈ? ਕਹਿੰਦੇ ਜਿਵੇਂ ਨਿਰਧਨ ਨੂੰ ਧਨ ਸਹਾਰਾ ਦੇਣ ਵਾਲਾ ਹੁੰਦਾ ਹੈ, ਜਿਵੇਂ ਇੱਕ ਆਨੇ ਦੀ ਜਿਹੜਾ ਸਹਾਰਾ ਹੈ ਨਾ, ਉਹ ਡੰਗੋਰੀ ਹੁੰਦੀ ਹੈ। ਜਿਵੇਂ ਇੱਕ ਬੱਚੇ ਦਾ ਸਹਾਰਾ ਉਸ ਦੀ ਮਾਂ ਦਾ ਦੁੱਧ ਹੁੰਦਾ ਹੈ ਨਾ, ਇਵੇਂ ਹੀ ਮਨੁੱਖ ਦੀ ਆਤਮਾ ਦਾ ਜਿਹੜਾ ਸਹਾਰਾ ਹੈ ਨਾ, ਉਹ ਪਰਮਾਤਮਾ ਦਾ ਨਾਮ ਹੈ। ਨਿਰਧਨ ਕੋ ਧਨ ਅੰਧਲੇ ਕੋ ਟਿਕ ਮਾਤ ਦੂਧ ਜੈਸੇ ਬਾਲੇ। ਸਾਗਰ ਮੈਂ ਬੋਹਿਤ ਪਾਇਓ ਹਰ ਨਾਨਕ ਕਰੀ ਕਿਰਪਾ ਕਿਰਪਾਲੇ। ਪਰਮਾਤਮਾ ਨੇ ਕਿਰਪਾ ਕਰ ਦਿੱਤੀ। ਕਹਿੰਦੇ ਜਿਹੜਾ ਇਸ ਨਾਮ ਦੇ ਜਹਾਜ਼ ਦਾ ਸਹਾਰਾ ਲੈਂਦਾ ਨਾ, ਉਹ ਸੰਸਾਰ ਸਾਗਰ ਤੋਂ ਪਾਰ ਲੰਘ ਜਾਂਦਾ। ਐਥੈ ਤੂੰ ਹੈ ਆਗੈ ਆਪੇ ਜੀ ਜੰਤਰ ਸਭ ਤੇਰੇ ਥਾਪੇ। ਪਰਮਾਤਮਾ ਸਾਰੇ ਤੇਰੇ ਪੈਦਾ ਕੀਤੇ ਹੋਏ ਨੇ, ਸਾਰਿਆਂ ਦੀ ਟੇਕ ਤੂੰ ਹੈ। ਕਰਨ ਕਰਾਵਨ ਤੂੰ ਹੀ ਏਕ, ਜੀ ਜੰਤ ਕੀ ਤੂੰ ਹੀ ਟੇਕ। ਸਾਰਿਆਂ ਨੂੰ ਪੈਦਾ ਕਰਨ ਵਾਲਾ, ਸਾਰਿਆਂ ਨੂੰ ਰਿਜ਼ਕ ਦੇਣ ਵਾਲਾ, ਸਾਰਿਆਂ ਦੇ ਗੁਣ ਅਵਗੁਣਾਂ ਦੀ ਵਿਚਾਰ ਕਰਨ ਵਾਲਾ, हे ਪ੍ਰਮਾਤਮਾ ਕੇਵਲ ਇੱਕੋ ਇੱਕ ਤੂੰ ਹੈ। ਇਸ ਕਰਕੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਸਾਨੂੰ ਸਮਝਾਉਂਦੇ ਨੇ, ਤੁਧ ਬਿਨ ਅਵਰ ਨਾ ਕੋਈ ਕਰਤੇ ਮੈਂ ਤਰ ਓਟ ਤੁਮਾਰੀ ਜੀਓ। ਪਰਮਾਤਮਾ ਤੇਥੋਂ ਬਗੈਰ ਮੈਨੂੰ ਤੇਰੇ ਵਰਗਾ ਹੋਰ ਕੋਈ ਨਜ਼ਰ ਨਹੀਂ ਜੀ ਆਉਂਦਾ, ਜਿਹੜਾ ਸਾਰਿਆਂ ਦਾ ਸਹਾਰਾ ਬਣ ਸਕੇ, ਜਿਹੜਾ ਹਰ ਵੇਲੇ ਬੰਦੇ ਦਾ ਸਹਾਈ ਹੋ ਸਕੇ। ਇਸ ਕਰਕੇ ਮੈਂ ਧਰ ਓਟ ਤੁਮਾਰੀ ਜੀਓ। ਹੇ ਪਰਮਾਤਮਾ ਮੈਂ ਕੇਵਲ ਤੇਰੀ ਓਟ ਲਈ ਹੈ, ਤੇਰੀ ਟੇਕ ਲਈ ਹੈ, ਕਿਉਂਕਿ ਤੇਰੀ ਟੇਕ ਤੋਂ ਬਗੈਰ ਹੋਰ ਸਾਰੀਆਂ ਟੇਕਾਂ ਜਿਹੜੀਆਂ ਨੇ ਨਾ, ਇਹ ਵਿਅਰਥ ਨੇ। ਸਾਧ ਸੰਗਤ ਕਿਸੇ ਦਾ ਕੋਈ ਆਸਰਾ ਬਣ ਜਾਂਦਾ ਹੈ, ਕਿਸੇ ਦਾ ਕੋਈ ਆਸਰਾ ਬਣ ਜਾਂਦਾ ਹੈ, ਪਰ ਪਾਤਸ਼ਾਹ ਕਹਿੰਦੇ हे ਪ੍ਰਮਾਤਮਾ ਮੇਰਾ ਆਸਰਾ ਕੇਵਲ ਤੇ ਕੇਵਲ ਇੱਕ ਤੂੰ ਹੈ। ਕਿਸ ਹੀ ਕੋਈ ਕੋਏ ਮੰਝ ਨਿਮਾਣੀ ਇੱਕ ਤੂੰ। ਕਹਿੰਦੇ ਪ੍ਰਮਾਤਮਾ ਕਿਸੇ ਦਾ ਆਸਰਾ ਕੋਈ ਹੈ, ਕਿਸੇ ਦਾ ਕੋਈ ਹੈ, ਪਰ ਮੇਰਾ ਨਿਮਾਣੀ ਦਾ ਆਸਰਾ ਕੇਵਲ ਇੱਕ ਤੂੰ ਹੈ। ਤੇ ਜਿਹੜਾ ਪਰਮਾਤਮਾ ਦਾ ਆਸਰਾ ਲੈ ਲੈਂਦਾ ਹੈ ਨਾ, ਉਹ ਕਦੇ ਡੋਲਦਾ ਨਹੀਂ, ਉਹ ਅਡੋਲ ਹੋ ਜਾਂਦਾ ਹੈ, ਕਿਉਂਕਿ ਪਰਮਾਤਮਾ ਖੁਦ ਅਡੋਲ ਹੈ। ਤੇ ਜਿਹੜਾ ਅਡੋਲ ਦੇ ਨਾਲ ਜੁੜ ਜਾਏ, ਉਹ ਖੁਦ ਅਡੋਲਤਾ ਵਿੱਚ ਆ ਜਾਂਦਾ ਹੈ। ਕਬੀਰ ਸਾਹਿਬ ਦਾ ਇੱਕ ਬਚਨ ਆਉਂਦਾ ਹੈ, ਉਹ ਕਹਿੰਦੇ ਤੂੰ ਮੇਰੋ ਮੇਰ ਪਰਬਤ ਸੁਆਮੀ ਓਟ ਗਹੀ ਮੈਂ ਤੇਰੀ। ਹੇ ਪ੍ਰਮਾਤਮਾ ਤੂੰ ਸਭ ਤੋਂ ਵੱਡਾ ਆਸਰਾ। ਜਿਵੇਂ ਪਰਬਤਾਂ ਵਿੱਚ ਨਾ ਸੁਮੇਰ ਪਰਬਤ ਸਭ ਤੋਂ ਵੱਡਾ,
ਮੇਰ ਮੀਨਸ ਸੁਮੇਰ ਪਰਬਤ। ਕਹਿੰਦੇ ਜਿਵੇਂ ਪਰਬਤਾਂ ਵਿੱਚ ਸੁਮੇਰ ਪਰਬਤ ਨੂੰ ਵੱਡਾ ਮੰਨਿਆ ਗਿਆ ਹੈ ਨਾ, ਇਵੇਂ ਹੀ ਹੇ ਪ੍ਰਮਾਤਮਾ ਤੇਰਾ ਆਸਰਾ ਜਿਹੜਾ ਹੈ ਨਾ ਸਾਰੇ ਆਸਰਿਆਂ ਵਿੱਚੋਂ ਸਭ ਤੋਂ ਵੱਡਾ ਹੈ। ਤੂੰ ਮੇਰੋ ਮੇਰ ਪਰਬਤ ਸੁਆਮੀ, ਓਟ ਗਹੀ ਮੈਂ ਤੇਰੀ, ਨਾ ਤੁਮ ਡੋਲੋ ਨਾ ਹਮ ਗਿਰਤੇ, ਰੱਖ ਲੀਨੀ ਹਰ ਮੇਰੀ। ਕਹਿੰਦੇ ਪ੍ਰਮਾਤਮਾ ਨਾ ਤੂੰ ਡੋਲਦਾ ਹੈ, ਤੇ ਜਿਹੜਾ ਤੇਰੇ ਨਾਲ ਜੁੜ ਗਿਆ ਨਾ ਉਸ ਨੂੰ ਵੀ ਤੂੰ ਅਡੋਲ ਬਣਾ ਲੈਂਦਾ ਹੈ। ਜਿਹੜਾ ਪ੍ਰਮਾਤਮਾ ਨਾਲ ਜੁੜਦਾ ਹੈ ਨਾ ਸੱਚੀ ਮੁੱਚੀ ਉਹ ਅਡੋਲ ਹੋ ਜਾਂਦਾ ਹੈ। ਮਾਇਆ ਦੀ ਜਿਹੜੀ ਹਨੇਰੀ ਹੈ ਨਾ ਉਸ ਦੇ ਮਨ ਨੂੰ ਡੁਲਾ ਨਹੀਂ ਜੇ ਸਕਦੀ, ਕਿਉਂਕਿ ਉਹ ਅਡੋਲ ਦੇ ਨਾਲ ਜੁੜ ਗਿਆ, ਤੇ ਜਿਹੜਾ ਅਡੋਲ ਦੇ ਨਾਲ ਜੁੜ ਗਿਆ ਖੁਦ ਅਡੋਲ ਹੋ ਗਿਆ। ਸਾਧ ਸੰਗਤ ਜਿਹੜਾ ਅਡੋਲ ਦੇ ਨਾਲ ਜੁੜਿਆ ਉਸ ਵਿੱਚ ਕਿਵੇਂ ਦੀ ਅਡੋਲਤਾ ਆਉਂਦੀ ਹੈ? ਜਦੋਂ ਅਸੀਂ ਇਤਿਹਾਸ ਪੜ੍ਹਦੇ ਹਾਂ ਨਾ, ਅਸੀਂ ਸੁਣਦੇ ਹਾਂ ਕਿ ਖੋਪਰੀਆਂ ਤਾਂ ਲੁਹਾ ਦਿੱਤੀਆਂ ਪਰ ਡੋਲਿਆ ਨਹੀਂ, ਚਰਖੀਆਂ ਤੇ ਚੜ ਗਏ ਪਰ ਅਡੋਲ ਰਹੇ। ਸਾਧ ਸੰਗਤ ਬੰਦ ਬੰਦ ਕੱਟ ਦਿੱਤੇ ਗਏ ਪਰ ਮਨ ਜਿਹੜਾ ਨਾ ਉਹ ਡੋਲਿਆ ਨਹੀਂ, ਇੱਕ ਥਾਂ ਤੇ ਅਡੋਲ ਰਿਹਾ। ਚਰਖੀਆਂ ਤੇ ਚੜਾ ਦਿੱਤੇ ਗਏ, ਤਨ ਜਿਹੜੇ ਨੇ ਆਰਿਆਂ ਦੇ ਨਾਲ ਚੀਰ ਦਿੱਤੇ ਗਏ, ਪਰ ਇਹ ਸਾਰੇ ਕਸ਼ਟ ਜਿਹੜੇ ਨੇ ਨਾ ਉਸ ਰੱਬੀ ਬੰਦੇ ਦੇ ਮਨ ਨੂੰ ਡੁਲਾ ਨਹੀਂ ਸਕਦੇ ਜਿਸ ਦਾ ਮਨ ਉਸ ਪਰਮਾਤਮਾ ਦੇ ਨਾਲ ਜੁੜ ਗਿਆ ਹੋਵੇ। ਕਬੀਰ ਸਾਹਿਬ ਕਹਿੰਦੇ ਤੂੰ ਮੇਰੋ ਮੇਰ ਪਰਬਤ ਸੁਆਮੀ, ਓਟ ਗਹੀ ਮੈਂ ਤੇਰੀ, ਨਾ ਤੁਮ ਡੋਲੋ ਨਾ ਹਮ ਗਿਰਤੇ, ਰੱਖ ਲੀਨੀ ਹਰ ਮੇਰੀ। ਫਿਰ ਪਾਤਸ਼ਾਹ ਨੇ ਸਾਨੂੰ ਸੁਚੇਤ ਕੀਤਾ, ਹੇ ਸਿੱਖਾ ਤੂੰ ਇੱਕ ਦੀ ਟੇਕ ਲੈ, ਇੱਕ ਦੀ ਓਟ ਲੈ। ਉਹ ਓਟ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਦੀ। ਭਗਤ ਨਾਮਦੇਵ ਸਾਹਿਬ ਕਹਿੰਦੇ ਨੇ ਮੈਂ ਅੰਧ ਲੈ ਕੀ ਟੇਕ, ਤੇਰਾ ਨਾਮ ਖੁੰਦਕਾਰਾ, ਮੈਂ ਗਰੀਬ ਮੈਂ ਮਸਕੀਨ, ਤੇਰਾ ਨਾਮ ਹੈ ਆਧਾਰ। ਹੇ ਪ੍ਰਮਾਤਮਾ ਹੇ ਪਾਤਸ਼ਾਹ ਮੇਰੀ ਅੰਨੇ ਦੀ ਜਿਹੜੀ ਡੰਗੋਰੀ ਹੈ ਨਾ ਉਹ ਤੇਰਾ ਨਾਮ ਹੈ, ਤੇ ਜਿਹੜਾ ਤੇਰੇ ਨਾਮ ਦੀ ਟੇਕ ਲੈ ਲੈਂਦਾ ਹੈ ਉਹ ਫਿਰ ਕਦੇ ਡਿੱਗਦਾ ਨਹੀਂ, ਉਹ ਠੋਕਰਾਂ ਨਹੀਂ ਖਾਂਦਾ, ਕਿਉਂਕਿ ਉਸ ਦੇ ਕੋਲ ਤੇਰੇ ਨਾਮ ਦੀ ਡੰਗੋਰੀ ਹੈ। ਔਰ ਜਿਸ ਨੇ ਤੇਰੇ ਨਾਮ ਦੀ ਡੰਗੋਰੀ ਹੱਥ ਦੇ ਅੰਦਰ ਫੜ ਲਈ ਉਹ ਕਦੇ ਠੋਕਰਾਂ ਨਹੀਂ ਜੇ ਖਾ ਸਕਦਾ। ਸਾਧ ਸੰਗਤ ਬਾਬਰ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਨੂੰ ਮਿਲਿਆ, ਦਰਸ਼ਨ ਕਰਕੇ ਨਿਹਾਲ ਹੋ ਗਿਆ, ਤੇ ਜਦੋਂ ਅਜ਼ਮਤ ਵੇਖੀ ਹੈ ਨਾ ਬਾਬੇ ਨਾਨਕ ਦੀ ਬੜਾ ਪ੍ਰਭਾਵਿਤ ਹੋਇਆ। ਕਹਿੰਦਾ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਨੂੰ ਸੱਚੇ ਪਾਤਸ਼ਾਹ ਕੋਈ ਉਪਦੇਸ਼ ਬਖਸ਼ੋ ਤਾਂ ਕਰਕੇ ਆਤਮਾ ਦੀ ਮੈਨੂੰ ਆਤਮਕ ਆਨੰਦ ਦੀ ਪ੍ਰਾਪਤੀ ਹੋ ਸਕੇ। ਸਤਿਗੁਰੂ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਨੇ ਕਿਰਪਾ ਕਰਕੇ ਉਪਦੇਸ਼ ਬਖਸ਼ਿਆ। ਕਹਿਣ ਲੱਗੇ ਬਾਬਰ ਪਰਮਾਤਮਾ ਨੇ ਤੈਨੂੰ ਬਾਦਸ਼ਾਹ ਬਣਾਇਆ ਹੈ, ਔਰ ਬਾਦਸ਼ਾਹ ਦਾ ਕੰਮ ਹੁੰਦਾ ਹੈ ਕਿ ਰਾਜ ਗੱਦੀ ਦੇ ਉੱਤੇ ਬੈਠ ਕਰਕੇ ਨਾ ਉਹ ਨਿਆਂ ਕਰੇ, ਜਿਹੜਾ ਫੈਸਲਾ ਕਰੇ ਨਾ ਉਹ ਨਿਆਂ ਦੇ ਨਾਲ ਕਰੇ, ਕੋਈ ਕਿਸੇ ਦੇ ਨਾਲ ਅਨਿਆਏ ਨਾ ਕਰੇ। ਫਿਰ ਕਹਿੰਦੇ ਤੈਨੂੰ ਬਾਦਸ਼ਾਹ ਬਣਾਇਆ ਇਸ ਕਰਕੇ ਚੰਗੇ ਕੰਮ ਕਰੀ, ਕਿਉਂਕਿ ਜਿਹੜਾ ਬਾਦਸ਼ਾਹ ਰਾਜ ਗੱਦੀ ਤੇ ਉੱਤੇ ਬੈਠ ਕਰਕੇ ਨਾ ਅਨਿਆਏ ਕਰਦਾ ਹੈ, ਬਦੀਆਂ ਕਰਦਾ ਹੈ, ਉਸ ਨੂੰ ਅੰਤ ਦੇ ਅੰਦਰ ਰੋਣਾ ਪੈਂਦਾ ਹੈ। ਬਾਬਰ ਸ਼ਰਾਬ ਪੀਣੀ ਛੱਡ, ਜੂਆ ਖੇਡਣਾ ਛੱਡ, ਤੇ ਇੱਕ ਅੱਲਾਹ ਦੀ ਇਬਾਦਤ ਦੇ ਅੰਦਰ ਜੁੜ ਜਾ, ਤੇਰਾ ਜੀਵਨ ਜਿਹੜਾ ਇਹ ਸਫਲਾ ਹੋ ਜਾਏਗਾ। ਕਹਿੰਦੇ ਬਾਬਰ ਨੇ ਉਪਦੇਸ਼ ਗ੍ਰਹਿਣ ਕਰਨ ਤੋਂ ਬਾਅਦ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਨੂੰ ਕੁਝ ਮੰਗਣ ਵਾਸਤੇ ਕਿਹਾ, ਤੇ ਜਦੋਂ ਮੰਗਣ ਵਾਸਤੇ ਕਿਹਾ ਨਾ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਬਾਬਰ ਤੂੰ ਮੈਨੂੰ ਕੀ ਦੇ ਸਕਦਾ ਹੈ? ਮੈਨੂੰ ਦੇਣ ਵਾਲਾ ਤਾਂ ਇੱਕ ਪਰਮਾਤਮਾ ਹੈ, ਅਸੀਂ ਤਾਂ ਉਸ ਪਰਮਾਤਮਾ ਦੀ ਟੇਕ ਲਈ ਹੈ, ਕਿਸੇ ਦੁਨੀਆ ਦੀ ਬੰਦੇ ਦੀ ਟੇਕ ਨਹੀਂ, ਕਿਉਂਕਿ ਜਿਹੜਾ ਦੁਨਿਆਵੀ ਬੰਦੇ ਦੀ ਟੇਕ ਲੈਂਦਾ ਨਾ ਉਸ ਨੂੰ ਹਮੇਸ਼ਾ ਖੁਆਰ ਹੋਣਾ ਪੈਂਦਾ। ਇਤਿਹਾਸਕ ਬਚਨ ਨੇ ਬੰਦੇ ਕੀ ਜੋ ਲੈ ਓਟ, ਦੀਨ ਦੁਨੀ ਮੈਂ ਤਾਕੋ ਤੋਟ, ਕਹਿ ਨਾਨਕ ਸੁਣ ਬਾਬਰ ਮੀਰ, ਤੁਝ ਤੇ ਮੰਗੈ ਸੋ ਅਹਿਮਕ ਫਕੀਰ। ਕਹਿਣ ਲੱਗੇ ਬੰਦੇ ਦੀ ਓਟ ਨਹੀਂ ਜੇ ਕਿਸੇ ਨੇ ਲੈਣੀ, ਓਟ ਲੈਣੀ ਹੈ ਤਾਂ ਇੱਕ ਪਰਮਾਤਮਾ ਦੀ ਲੈਣੀ ਹੈ। ਸਾਧ ਸੰਗਤ
ਅਸੀਂ ਸਾਰੇ ਸੁਖਮਨੀ ਸਾਹਿਬ ਜੀ ਦਾ ਪਾਠ ਬੜੇ ਪਿਆਰ ਸਤਿਕਾਰ ਨਾਲ ਕਰਦੇ ਤੇ ਸੁਣਦੇ ਹਾਂ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਨੇ 14ਵੇਂ ਸ਼ਲੋਕ ਦੇ ਅੰਦਰ ਸਾਨੂੰ ਇਹੋ ਹੀ ਗੱਲ ਸਮਝਾਣਾ ਕੀਤੀ। ਪਾਤਸ਼ਾਹ ਕਹਿੰਦੇ ਤਜੋ ਸਿਆਨਪ ਸੁਰ ਜਨੋ ਸਿਮਰੋ ਹਰ ਹਰ ਰਾਏ, ਏਕ ਆਸ ਹਰ ਮਨ ਰੱਖੋ ਨਾਨਕ ਦੁਖ ਭਰਮ ਭਉ ਜਾਏ। ਕਹਿੰਦੇ ਇੱਕ ਦੀ ਟੇਕ ਲਈਏ ਨਾ ਫਿਰ ਮਨ ਵਿੱਚੋਂ ਦੁੱਖਾਂ ਦਾ ਨਾਸ ਹੋ ਜਾਂਦਾ ਹੈ, ਵਹਿਮ ਤੇ ਡਰ ਜਿਹੜੇ ਨੇ ਉਹ ਨਿਕਲ ਜਾਂਦੇ ਨੇ। ਇਸ ਕਰਕੇ ਟੇਕ ਲਈਏ ਇੱਕ ਦੀ ਅਸ਼ਟਪਦੀ, ਮਾਨੁਖ ਕੀ ਟੇਕ ਬਿਰਥੀ ਸਭ ਜਾਨ, ਦੇਵਨ ਕੋ ਏਕੈ ਭਗਵਾਨ, ਜਿਸ ਕੈ ਦੀਐ ਰਹਿ ਅਗਾਏ, ਬਹੁ ਨ ਤਿਸ਼ਨਾ ਲਾਗੇ ਆਏ। ਕਹਿੰਦੇ ਜਦੋਂ ਇੱਕ ਦੀ ਟੇਕ ਲਈਏ ਨਾ ਫਿਰ ਬੰਦਾ ਰੱਜਿਆ ਰਹਿੰਦਾ ਹੈ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦਾ ਇੱਕ ਕਥਨ ਹੈ, ਉਹ ਕਹਿੰਦੇ ਜਿਹੜਾ ਇੱਕ ਦੀ ਟੇਕ ਲੈਂਦਾ ਨਾ ਉਹ ਕਿਸੇ ਦਾ ਮੁਹਤਾਜ ਨਹੀਂ ਬਣਦਾ। ਜਿਹੜਾ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਟੇਕ ਲੈਂਦਾ ਹੈ ਉਸ ਨੂੰ ਕਿਸੇ ਦੇ ਮੁਹਤਾਜੀ ਨਹੀਂ। ਪਰ ਜਿਹੜਾ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਛੱਡ ਕੇ ਦੂਜਿਆਂ ਦੀ ਟੇਕ ਲੈਂਦਾ ਨਾ ਉਸ ਦੇ ਅੰਦਰ ਹਮੇਸ਼ਾ ਹੀਨ ਭਾਵਨਾ ਰਹਿੰਦੀ ਹੈ। ਇਸ ਕਰਕੇ ਆਪਣੇ ਅੰਦਰ ਦੀ ਬੇਬਲਤਾ, ਆਪਣੇ ਅੰਦਰ ਦਾ ਤਰਸ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸੁਣਾਈਏ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਤੋਂ ਇਲਾਵਾ ਕਿਸੇ ਅੱਗੇ ਜਾ ਕਰਕੇ ਆਪਣੇ ਅੰਦਰ ਦੀ ਬੇਬਲਤਾ ਜਿਹੜੀ ਹੈ ਇਸ ਨੂੰ ਪ੍ਰਗਟ ਨਾ ਕਰੀਏ, ਕਿਉਂਕਿ ਇਹ ਜਿਹੜੀ ਬੇਬਲਤਾ ਹੈ ਨਾ ਇਹ ਸਾਡੇ ਅੰਦਰ ਹੀਨ ਭਾਵਨਾ ਪੈਦਾ ਕਰਦੀ ਹੈ। ਪਾਤਸ਼ਾਹ ਕਹਿੰਦੇ ਨੇ ਕਿ ਹੇ ਪ੍ਰਮਾਤਮਾ ਤੇਰੇ ਵਰਗਾ ਦੂਜਾ ਕੋਈ ਨਹੀਂ, ਤੁਧ ਬਿਨ ਅਵਰ ਨਾ ਕੋਈ ਕਰਤੇ, ਮੈਂ ਧਰ ਓਟ ਤੁਮਾਰੀ ਜੀਓ। ਪਰਮਾਤਮਾ ਮੈਂ ਇੱਕੋ ਇੱਕ ਟੇਕ ਜਿਹੜੀ ਹੈ ਨਾ ਉਹ ਤੁਹਾਡੀ ਲਈ ਹੈ। ਸਾਧ ਸੰਗਤ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜ਼ਫਰਨਾਮੇ ਵਿੱਚ ਪਰਮਾਤਮਾ ਦੀ ਟੇਕ ਬਾਬਤ ਕਹਿੰਦੇ ਨੇ ਕਿ ਜਿਸ ਨੇ ਪਰਮਾਤਮਾ ਦੀ ਟੇਕ ਲੈ ਲਈ ਉਹ ਫਿਰ ਨਿਡਰ ਹੋ ਜਾਂਦਾ, ਕਿਉਂਕਿ ਨਿਰਭਉ ਬਣ ਜਾਂਦਾ ਹੈ। ਜਦੋਂ ਨਿਰਭਉ ਦਾ ਉਪਾਸਕ ਬਣਿਆ, ਨਿਰਭਉ ਦਾ ਨਾਲ ਜੁੜਿਆ, ਫਿਰ ਆਪਣੇ ਆਪ ਵੀ ਨਿਰਭਉ ਹੋ ਜਾਂਦਾ ਹੈ। ਉਹ ਕਹਿੰਦੇ ਇੱਕ ਮਨੋਤ ਹੈ ਕਿ ਜਿਹੜਾ ਪੰਛੀ ਹੁਮਾ ਪੰਛੀ ਦੇ ਪਰਛਾਵੇਂ ਥੱਲੇ ਆ ਜਾਏ ਨਾ ਫਿਰ ਕਾਂ ਵਗੈਰਾ ਜਿਹੜੇ ਪੰਛੀ ਨੇ ਉਸ ਦਾ ਕੁਝ ਵਿਗਾੜ ਨਹੀਂ ਜੇ ਸਕਦੇ। ਪਰ ਕਹਿਣ ਲੱਗੇ ਇਹ ਕੇਵਲ ਮਨੋਤ ਹੈ। ਪਰ ਅਸਲ ਗੱਲ ਇਹ ਹੈ ਜਿਹੜਾ ਪਰਮਾਤਮਾ ਦੇ ਪਰਛਾਵੇਂ ਥੱਲੇ ਆ ਜਾਵੇ, ਭਾਵ ਕਿ ਜਿਹੜਾ ਪਰਮਾਤਮਾ ਦੀ ਟੇਕ ਲੈ ਲਏ ਨਾ ਫਿਰ ਕਿਸੇ ਦੂਜੀ ਟੇਕ ਦੀ ਉਸ ਨੂੰ ਲੋੜ ਨਹੀਂ ਜੇ ਰਹਿੰਦੀ। ਪਾਤਸ਼ਾਹ ਦਾ ਸ਼ੇਰ ਹੈ, ਹੁਮਾਰਾ ਕਸੇ ਸਾਇ ਆਇਦ ਬਜ਼ੇਰ, ਬਰੋ ਦਸਤ ਦਾਰਦ ਨਾ ਜਾਗੇ ਦਲੇਰ। ਹੇ ਔਰੰਗਜ਼ੇਬ ਕੀ ਹੋਇਆ? ਕਹਿਣ ਲੱਗੇ ਤੂੰ ਮੇਰਾ ਸਭ ਕੁਝ ਨਾਸ਼ ਕਰ ਦਿੱਤਾ ਦੁਨੀਆ ਦੀ ਨਜ਼ਰ ਦੇ ਅੰਦਰ, ਪਰ ਮੇਰੇ ਸਿਰ ਦੇ ਉੱਤੇ ਪਰਮਾਤਮਾ ਦਾ ਮਿਹਰ ਭਰਿਆ ਹੱਥ ਹੈ ਤੇ ਤੇਰੇ ਵਰਗੇ ਕਾਂ ਜਿਹੜੇ ਨੇ ਨਾ ਉਹ ਮੇਰਾ ਕੁਝ ਨਹੀਂ ਜੇ ਵਿਗਾੜ ਸਕਦੇ। ਅੱਗੇ ਉਹਨਾਂ ਇੱਕ ਉਦਾਹਰਣ ਹੋਰ ਦਿੱਤੀ। ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਲਿਖਦੇ ਨੇ ਕਿ ਜਿਹੜਾ ਜੀਵ ਸ਼ੇਰ ਦੀ ਸ਼ਰਨ ਵਿੱਚ ਆ ਜਾਏ ਨਾ ਤਾਂ ਫਿਰ ਦੂਸਰੇ ਜੀਵ ਉਸ ਦਾ ਕੁਝ ਨਹੀਂ ਜੇ ਵਿਗਾੜ ਸਕਦੇ। ਉਹਨਾਂ ਕਿਹਾ ਕਸੇ ਪੁਸ਼ਤ ਉਪਤਦ ਪਸੇ ਸ਼ੇਰ ਨਰ, ਜਿਹੜਾ ਮਨੁੱਖ ਜਿਹੜਾ ਜੀਵ ਸ਼ੇਰ ਦੀ ਸ਼ਰਨ ਵਿੱਚ ਚਲਾ ਜਾਏ, ਕਸੇ ਪੁਸ਼ਤ ਉਪਤਦ ਪਸੇ ਸ਼ੇਰ ਨਰ, ਨਾ ਗੀਰਦ ਬੁਜ਼ੋ ਮੇਸੋ ਆਹੂ ਗੁਜ਼ਰ। ਬੁਜ਼ੋ ਕਹਿੰਦੇ ਨੇ ਬੱਕਰੀ ਨੂੰ, ਮੇਸੋ ਕਹਿੰਦੇ ਨੇ ਭੇਡ ਨੂੰ, ਆਹੂ ਕਹਿੰਦੇ ਨੇ ਹਿਰਨ ਨੂੰ। ਕਹਿੰਦੇ ਇਹ ਜਿਹੜੀਆਂ ਭੇਡਾਂ ਨੇ ਨਾ ਹੇ ਔਰੰਗਜ਼ੇਬ ਤੇਰੇ ਵਰਗੀਆਂ ਭੇਡਾਂ, ਤੇਰੇ ਵਰਗੇ ਗਿੱਦੜ, ਤੇਰੇ ਵਰਗੀਆਂ ਬੱਕਰੀਆਂ ਜਿਹੜੀਆਂ ਨੇ ਉਹ ਗੁਰੂ ਗੋਬਿੰਦ ਸਿੰਘ ਵਰਗੇ ਸ਼ੇਰ ਦਾ ਕੁਝ ਨਹੀਂ ਜੇ ਵਿਗਾੜ ਸਕਦੀਆਂ ਜਿਸ ਨੇ ਪਰਮਾਤਮਾ ਦੀ ਟੇਕ ਲੈ ਲਈ ਹੋਵੇ। ਅਸੀਂ ਟੇਕ ਲਈਏ ਇੱਕ ਪਰਮਾਤਮਾ ਦੀ। ਪਾਤਸ਼ਾਹ ਕਹਿੰਦੇ ਤੁਧ ਬਿਨ ਅਵਰ ਨਾ ਕੋਈ ਕਰਤੇ, ਮੈਂ ਧਰ ਓਟ ਤੁਮਾਰੀ ਜੀਓ। ਅਸੀਂ ਵੀ ਸਤਿਗੁਰੂ ਅੱਗੇ ਅਰਦਾਸ ਕਰੀਏ, ਸੱਚੇ ਪਾਤਸ਼ਾਹ ਇੱਕ ਤੇਰੀ ਟੇਕ ਲੈ ਲਈਏ, ਕਿਉਂਕਿ ਤੇਰੇ ਆਸਰੇ ਤੋਂ ਬਗੈਰ ਮੇਰਾ ਦੂਸਰਾ ਆਸਰਾ ਇਸ ਦੁਨੀਆ ਦੇ ਅੰਦਰ ਕੋਈ ਨਹੀਂ।
ਰਸਨਾ ਜਪ ਜਪ ਜੀਵੈ ਸੁਆਮੀ, ਪਾਰ ਬ੍ਰਹਮ ਪ੍ਰਭ ਅੰਤਰ ਜਾਮੀ। ਹੇ ਪ੍ਰਮਾਤਮਾ, ਹੇ ਅੰਤਰ ਜਾਮੀ, ਹੇ ਸਾਰੇ ਦਿਲਾਂ ਦੀ ਜਾਣਨ ਵਾਲੇ ਪ੍ਰਮਾਤਮਾ, ਰਸਨਾ ਜਪ ਜਪ ਜੀਵੈ ਸੁਆਮੀ। ਹੇ ਸੁਆਮੀ, ਮੈਂ ਆਪਣੀ ਰਸਨਾ ਦੇ ਨਾਲ ਨਾਮ ਜਪ ਜਪ ਕੇ ਜਿਉਂਦਾ ਹਾਂ। ਸਾਧ ਸੰਗਤ, ਪਰਮਾਤਮਾ ਨੇ ਬੇਅੰਤ ਦਾਤਾਂ ਜਿਹੜੀਆਂ ਨੇ ਉਹ ਸਾਨੂੰ ਦਿੱਤੀਆਂ ਨੇ ਤੇ ਅਸੀਂ ਲਈ ਜਾ ਰਹੇ ਹਾਂ ਤੇ ਪਰਮਾਤਮਾ ਦੇਈ ਜਾ ਰਿਹਾ ਹੈ। ਅਸੀਂ ਲੈਂਦੇ ਲੈਂਦੇ ਥੱਕ ਜਾਂਦੇ ਹਾਂ, ਪਰ ਪਰਮਾਤਮਾ ਦਿੰਦੇ ਹੋਏ ਥੱਕਦਾ ਕੋਈ ਨਹੀਂ। ਲੈਂਦੇ ਹੋਏ ਕਿਵੇਂ ਥੱਕਦੇ ਹਾਂ? ਇੱਕ ਦਾਤ ਸਾਨੂੰ ਪ੍ਰਾਪਤ ਹੁੰਦੀ ਹੈ, ਫਿਰ ਉਸ ਵਿੱਚ ਅਸੀਂ ਖੁਸ਼ ਨਹੀਂ, ਸਾਡੀ ਅਗਲੀ ਮੰਗ ਜਿਹੜੀ ਹੈ ਨਾ ਉਹ ਖੜੀ ਹੋ ਜਾਂਦੀ ਹੈ। ਫਿਰ ਦੂਸਰੀ ਦਾਤ ਪਰਮਾਤਮਾ ਪੂਰੀ ਕਰਦਾ ਹੈ, ਉਸ ਵਿੱਚ ਵੀ ਅਸੀਂ ਖੁਸ਼ ਨਹੀਂ ਹੁੰਦੇ, ਭਾਵ ਕਿ ਅਸੀਂ ਲੈਂਦੇ ਲੈਂਦੇ ਥੱਕ ਜਾਂਦੇ ਹਾਂ, ਪਰਮਾਤਮਾ ਦਿੰਦਾ ਦਿੰਦਾ ਥੱਕਦਾ ਨਹੀਂ। ਸਾਧ ਸੰਗਤ, ਬੇਅੰਤ ਦਾਤਾਂ ਪਰਮਾਤਮਾ ਨੇ ਸਾਨੂੰ ਦਿੱਤੀਆਂ ਨੇ, ਪਰ ਸਭ ਤੋਂ ਵੱਡਮੁੱਲੀ ਜਿਹੜੀ ਦਾਤ ਹੈ ਨਾ ਉਹ ਹੈ ਰਸਨਾ ਦੀ ਦਾਤ। ਜਿੱਥੇ ਇਸ ਰਸਨਾ ਦੇ ਨਾਲ ਅਸੀਂ ਭੋਜਨ ਦਾ ਰਸ ਮਾਣਦੇ ਹਾਂ ਨਾ, ਉੱਥੇ ਹੀ ਜੇ ਸਤਿਗੁਰੂ ਕਿਰਪਾ ਕਰ ਦੇਵੇ ਤਾਂ ਨਾਮ ਦਾ ਰਸ ਇਸ ਰਸਨਾ ਦੇ ਨਾਲ ਅਸੀਂ ਮਾਣ ਸਕਦੇ ਹਾਂ। ਸਾਧ ਸੰਗਤ, ਇਹ ਰਸਨਾ ਹੀ ਹੈ ਜਿਹੜਾ ਸਾਡਾ ਸੰਬੰਧ ਜਿਹੜੀ ਹੈ ਦੂਜਿਆਂ ਦੇ ਨਾਲ ਜੋੜਦੀ ਹੈ। ਪਰ ਜੇ ਕਿਤੇ ਰਸਨਾ ਦੇ ਨਾਲ ਸਿਮਰਨ ਸ਼ੁਰੂ ਕਰ ਦਈਏ ਤੇ ਇਹ ਰਸਨਾ ਸਾਡਾ ਸੰਬੰਧ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਜੋੜ ਦਿੰਦੀ ਹੈ। ਸਾਧ ਸੰਗਤ, ਭੋਜਨ ਖਾਂਦੇ ਆ ਮੂੰਹ ਦੇ ਨਾਲ ਤੇ ਜਾਂਦਾ ਪੇਟ ਦੇ ਅੰਦਰ। ਬਿਲਕੁਲ ਇਸੇ ਤਰ੍ਹਾਂ ਜੇ ਸਿਮਰਨ ਕਰਾਂਗੇ ਰਸਨਾ ਦੇ ਨਾਲ ਤੇ ਇਹ ਟਿਕ ਜਾਏਗਾ ਹਿਰਦੇ ਦੇ ਅੰਦਰ ਜਾ ਕਰਕੇ। ਕੋ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਦਾ ਇੱਕ ਸ਼ਲੋਕ ਆਉਂਦਾ ਹੈ, ਸ਼ਲੋਕ 12 ਤੇ ਵਧੇਕ ਵਿੱਚ ਪਾਤਸ਼ਾਹ ਕਹਿੰਦੇ ਨੇ, ਦੁਨੀਆ ਦੇ ਅਣਗਿਣਤ ਜਿਹੜੇ ਜੀਵ ਨੇ ਉਹ ਸੁੱਤੇ ਪਏ ਨੇ, ਮਾਇਆ ਦੀ ਨੀਂਦ ਦੇ ਅੰਦਰ। ਇਹਨਾਂ ਨੂੰ ਕੋਈ ਜਾਗ ਨਹੀਂ, ਕੋਈ ਹੋਸ਼ ਨਹੀਂ, ਗਹਿਰੀ ਨੀਂਦ ਦੇ ਅੰਦਰ ਸੁੱਤੇ ਪਏ ਨੇ। ਪਰ ਕਹਿਣ ਲੱਗੇ ਜਿਹੜੇ ਰਸਨਾ ਦੇ ਨਾਲ ਪਰਮਾਤਮਾ ਦਾ ਨਾਮ ਜਪਦੇ ਨੇ ਨਾ, ਉਹ ਸਦੀ ਵੀ ਵਾਸਤੇ ਜਾਗ ਜਾਂਦੇ ਨੇ, ਭਾਵ ਕਿ ਉਹ ਸੁਚੇਤ ਹੋ ਜਾਂਦੇ ਨੇ। ਪਾਤਸ਼ਾਹ ਦਾ ਸ਼ਲੋਕ ਹੈ, ਕਹਿੰਦੇ ਸੁਤੜੇ ਅਸੰਖ ਮਾਇਆ ਝੂਠੀ ਕਾਰਣੇ, ਨਾਨਕ ਸੇ ਜਾਗਨ ਜੇ ਰਸਨਾ ਨਾਮ ਉਚਾਰਣੇ। ਜਿਨ੍ਹਾਂ ਨੇ ਰਸਨਾ ਦੇ ਨਾਲ ਪਰਮਾਤਮਾ ਦਾ ਨਾਮ ਜਪਿਆ ਉਹ ਜਾਗ ਜਾਂਦੇ ਨੇ, ਉਹ ਸੁਚੇਤ ਹੋ ਜਾਂਦੇ ਨੇ। ਪਾਤਸ਼ਾਹ ਕਹਿੰਦੇ ਨੇ, ਰਸਨਾ ਜਪ ਜਪ ਜੀਵੈ ਸੁਆਮੀ। ਹੇ ਪਰਮਾਤਮਾ, ਮੈਂ ਰਸਨਾ ਦੇ ਨਾਲ ਨਾਮ ਜਪ ਜਪ ਕੇ ਆਤਮਕ ਜੀਵਨ ਮਾਣਦਾ ਹਾਂ, ਆਤਮਕ ਜੀਵਨ ਜਿਉਂਦਾ ਹਾਂ। ਕਬੀਰ ਸਾਹਿਬ ਨੇ ਆਪਣੇ ਸ਼ਲੋਕਾਂ ਦੀ ਸ਼ੁਰੂਆਤ ਕੀਤੀ ਤੇ ਪਾਤਸ਼ਾਹ ਨੇ, ਭਗਤ ਕਬੀਰ ਜੀ ਨੇ ਆਰੰਭਤਾ ਇੱਥੋਂ ਹੀ ਕੀਤੀ। ਕਬੀਰ ਮੇਰੀ ਸਿਮਰਨੀ ਰਸਨਾ ਉਪਰ ਰਾਮ, ਆਦ ਜੁਗਾਦੀ ਸਗਲ ਭਗਤ ਤਾਕੋ ਸੁਖ ਵਿਸਰਾਮ। ਜਿੰਨੇ ਵੀ ਭਗਤ ਹੋਏ ਨੇ ਉਹਨਾਂ ਨੇ ਸੁਖ ਦੀ ਦਾਤ ਪ੍ਰਾਪਤ ਕੀਤੀ, ਪਰ ਕੀਤੀ ਕਦੋਂ? ਜਦੋਂ ਰਸਨਾ ਨੂੰ ਸਿਮਰਨੀ ਬਣਾ ਲਿਆ, ਆਪਣੀ ਰਸਨਾ ਨੂੰ ਮਾਲਾ ਬਣਾ ਲਿਆ, ਰਸਨਾ ਦੇ ਨਾਲ ਨਾਮ ਜਪਣਾ ਸ਼ੁਰੂ ਕਰ ਦਿੱਤਾ। ਭਗਤ ਕਬੀਰ ਸਾਹਿਬ ਕਹਿੰਦੇ ਨੇ ਉਹਨਾਂ ਨੇ ਆਤਮਕ ਆਨੰਦ ਦੀ ਪ੍ਰਾਪਤੀ ਕਰ ਲਈ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਸਾਨੂੰ ਸੁਚੇਤ ਕਰਦੇ ਨੇ, ਸਜਣਾ ਰਸਨਾ ਦੇ ਨਾਲ ਜਪੇਗਾ ਤੇ ਆਤਮਕ ਜੀਵਨ ਦੀ ਪ੍ਰਾਪਤੀ ਹੋ ਜਾਵੇਗੀ। ਜੇ ਕਿਤੇ ਭੁੱਲ ਗਿਆ ਫਿਰ ਆਤਮਕ ਮੌਤ ਹੋ ਜਾਏਗੀ। ਅਸੀਂ ਰੋਜ਼ਾਨਾ ਬਚਨ ਦ੍ਰਿੜ ਕਰਦੇ ਹਾਂ, ਆਖਾਂ ਜੀਵਾ ਵਿਸਰੈ ਮਰ ਜਾਉ। ਹੇ ਪ੍ਰਮਾਤਮਾ, ਨਾਮ ਜਪਦਾ ਹਾਂ ਤੇ ਜਿਉਂਦਾ ਹਾਂ, ਪਰ ਜਦੋਂ ਭੁੱਲ ਜਾਂਦਾ ਫਿਰ ਆਤਮਕ ਮੌਤ ਹੁੰਦੀ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦਾ ਅਖੀਰਲਾ ਸ਼ਲੋਕ ਹੈ। ਰਾਗਮਾਲਾ ਤੋਂ ਪਹਿਲਾਂ ਅਸੀਂ ਰੋਜ਼ਾਨਾ ਰਹਿਰਾਸ ਸਾਹਿਬ ਦੇ ਅੰਦਰ ਵੀ ਸ਼ਲੋਕ ਸੁਣਦੇ ਪੜ੍ਹਦੇ ਹਾਂ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਕਹਿੰਦੇ, ਤੇਰਾ ਕੀਤਾ ਜਾਤੋ ਨਾਹੀ ਮੈਨੋ ਜੋਗ ਕਿਤੋਈ। ਪਰਮਾਤਮਾ, ਤੇਰੇ ਕੀਤੇ ਪਰਉਪਕਾਰ ਮੈਨੂੰ ਯਾਦ ਨਹੀਂ ਜੇ ਰਹਿੰਦੇ। ਮੈਂ ਨਿਰਗੁਣਿਆਰੇ ਕੋ ਗੁਣ ਨਾਹੀ,
ਆਪੇ ਤਰਸ ਪਇਓਈ। ਮੈਂ ਨਿਰਗੁਣਿਆਰਾ ਤੇ ਗੁਣ ਇੱਕ ਵੀ ਨਹੀਂ। ਹੁਣ ਦੇਖੋ ਕਿੰਨੇ ਨਿਮਰਤਾ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਸਾਨੂੰ ਸਿਖਾਉਣਾ ਚਾਹੁੰਦੇ ਨੇ ਕਿ ਐਨੀ ਨਿਮਰਤਾ ਹੋਣੀ ਚਾਹੀਦੀ ਹੈ। ਭਾਵੇਂ ਕਿੰਨਾ ਵੀ ਵੱਡਾ ਗਿਆਨਵਾਨ ਬਣ ਜਾਵੇ, ਪਰ ਗੁਰੂ ਦੇ ਦਰ ਤੇ ਅੱਗੇ ਆ ਕਰਕੇ ਅਰਦਾਸ ਕਰੇ, ਮੈਂ ਨਿਰਗੁਣਿਆਰੇ ਗੁਣ ਨਹੀਂ ਕੋਈ, ਆਪੇ ਤਰਸ ਪਇਓਈ। ਤਰਸ ਪਿਆ ਮੇ ਰਹਿਮਤ ਹੋਈ, ਸਤਿਗੁਰ ਸੱਜਣ ਮਿਲਿਆ। ਨਾਨਕ ਨਾਮ ਮਿਲੈ ਤਾਂ ਜੀਵਾਂ, ਤਨ ਮਨ ਥੀਵੈ ਹਰਿਆ। ਹੇ ਪ੍ਰਮਾਤਮਾ, ਤੇਰਾ ਨਾਮ ਮਿਲਦਾ ਹੈ ਤੇ ਮੈਂ ਜਿਉਂਦਾ ਹਾਂ, ਨਹੀਂ ਤਾਂ ਮੇਰੀ ਆਤਮਕ ਮੌਤ ਹੋ ਜਾਂਦੀ ਹੈ। ਭਾਈ ਸਾਹਿਬ ਭਾਈ ਨੰਦ ਲਾਲ ਸਾਹਿਬ ਕਹਿੰਦੇ ਨੇ, ਹੇ ਪ੍ਰਮਾਤਮਾ, ਉਹ ਉਮਰ ਚੰਗੀ ਹੈ, ਉਹ ਪਲ ਚੰਗੇ ਨੇ, ਉਹ ਸਵਾਸ ਚੰਗੇ ਜਦੋਂ ਤੇਰਾ ਨਾਮ ਯਾਦ ਆ ਜਾਏ। ਕਿਉਂਕਿ ਤੇਰੇ ਨਾਮ ਦੀ ਯਾਦ ਵਾਸਤੇ ਹੀ ਮੈਂ ਇਸ ਵਜੂਦ ਵਿੱਚ ਆਇਆ ਹਾਂ, ਸਰੀਰ ਵਿੱਚ ਆਇਆ ਹਾਂ। ਖੁਸ਼ ਬਵਦ ਉਮਰ ਕੇ ਦਰਿਆਦ ਬਿਗ ਜ਼ਰਦ। ਬਿਗ ਜ਼ਰਦ ਕਹਿੰਦੇ ਨੇ ਲੰਘਣਾ। ਹੇ ਪ੍ਰਮਾਤਮਾ, ਉਹ ਉਮਰ ਜਿਹੜੀ ਹੈ ਨਾ ਚੰਗੀ ਹੈ, ਉਹ ਉਮਰ ਸਫਲੀ ਹੈ, ਉਹ ਸਵਾਸ ਸਫਲੇ ਨੇ ਜਿਹੜੇ ਤੇਰੀ ਯਾਦ ਵਿੱਚ ਗੁਜ਼ਰਦੇ ਨੇ। ਖੁਸ਼ ਬਵਦ ਉਮਰ ਕੇ ਦਰਿਆਦ ਬਿਗ ਜ਼ਰਦ, ਵਰਨਾ ਚੇ ਹਾਸਲ ਅਸਤ ਅਜ਼ੀ ਗੁੰਬਦੇ ਕਬੂਦ ਮਰ। ਫਿਰ ਅੱਗੇ ਉਹਨਾਂ ਨੇ ਉਚਾਰਨ ਕੀਤਾ ਸ਼ੇਰ, ਕਹਿਣ ਲੱਗੇ, ਦਰ ਆਜ਼ਮਾ ਕੇ ਨਿਆਈ ਬਾ ਯਾਦ ਮੇ ਮੀਰਮ। ਹੇ ਪ੍ਰਮਾਤਮਾ, ਜਿਸ ਸਮੇਂ ਦੇ ਅੰਦਰ ਜਿਸ ਵੇਲੇ ਤੇਰੀ ਯਾਦ ਨਹੀਂ ਨਾ ਆਉਂਦੀ, ਮੇ ਮੀਰਮ, ਮੈਂ ਮਰ ਜਾਂਦਾ ਹਾਂ, ਫਿਰ ਮੇਰੀ ਮੌਤ ਹੋ ਜਾਂਦੀ ਹੈ। ਦਰ ਆਜ਼ਮਾ ਕੇ ਨਿਆਈ ਬਾ ਯਾਦ ਮੇ ਮੀਰਮ, ਬਗੈਰ ਯਾਦ ਤੋਂ ਜੀ ਜੀਸ ਤਨ ਚੇ ਸੂਦ ਮਰ। ਤੇਰੀ ਯਾਦ ਤੋਂ ਬਗੈਰ ਜੀਵਨ ਦਾ ਕੋਈ ਲਾਭ ਨਹੀਂ। ਜ਼ਿੰਦਗੀ ਨਾਮੇ ਦੇ ਅੰਦਰ ਵੀ ਇੱਕ ਸ਼ੇਰ ਹੈ ਭਾਈ ਨੰਦ ਲਾਲ ਸਾਹਿਬ ਦਾ, ਉਹ ਕਹਿੰਦੇ, ਗਫਲਤ ਅਜ਼ਵੈ ਯਕ ਜ਼ਮਾ। ਹੇ ਪ੍ਰਮਾਤਮਾ, ਜੇ ਤੇਰੀ ਯਾਦ ਤੋਂ ਮੈਂ ਗਾਫਲ ਹੋ ਜਾਵਾਂ, ਯਕ ਜ਼ਮਾ, ਯਕ ਦਾ ਅਰਥ ਹੁੰਦਾ ਇੱਕ, ਜ਼ਮਾ ਦਾ ਅਰਥ ਹੈ ਪਲ, ਸਵਾਸ। ਗਫਲਤ ਅਜ਼ਵੈ ਯਾਦ ਯਕ ਜ਼ਮਾ, ਕਹਿਣ ਲੱਗੇ ਸਦ ਮਰਗ ਦਾ, ਮੇਰੀ ਮੌਤ ਹੁੰਦੀ ਹੈ 100 ਵਾਰੀ ਇੱਕ ਪਲ ਦੇ ਅੰਦਰ। ਇਸ ਕਰਕੇ ਜ਼ਿੰਦਗੀ ਯਾਦ ਅਸਤ ਨਿਜ਼ਦ ਆਰਫਾਂ। ਜਿਹੜੇ ਰੱਬੀ ਬੰਦੇ ਨੇ ਨਾ, ਰੱਬ ਦੇ ਗਿਆਨ ਵਾਲੇ ਜਿਹੜੇ ਬੰਦੇ ਨੇ ਨਾ, ਉਹ ਪਰਮਾਤਮਾ ਦੀ ਯਾਦ ਨੂੰ ਆਪਣੀ ਜ਼ਿੰਦਗੀ ਬਣਾਉਂਦੇ ਨੇ। ਰਸਨਾ ਜਪ ਜਪ ਜੀਵੈ ਸੁਆਮੀ। ਹੇ ਪ੍ਰਮਾਤਮਾ, ਹੇ ਅੰਤਰਜਾਮੀ, ਤੇਰਾ ਨਾਮ ਜਪ ਜਪ ਕੇ ਮੈਂ ਆਤਮਕ ਜੀਵਨ ਮਾਣਦਾ ਹਾਂ, ਨਹੀਂ ਤਾਂ ਤੇਰੇ ਨਾਮ ਤੋਂ ਬਗੈਰ ਸਾਡੀ ਆਤਮਕ ਮੌਤ ਹੋ ਜਾਂਦੀ ਹੈ। ਸਾਧ ਸੰਗਤ, ਜਿਵੇਂ ਸਰੀਰ ਦਾ, ਜ਼ਿੰਦਗੀ ਦਾ ਸਹਾਰਾ ਨੇ ਸਵਾਸ, ਬਿਲਕੁਲ ਇਸੇ ਤਰ੍ਹਾਂ ਆਤਮਾ ਦੀ ਖੁਰਾਕ ਹੈ ਪਰਮਾਤਮਾ ਦਾ ਨਾਮ। ਜਦੋਂ ਨਾਮ ਜਪਦੇ ਹਾਂ ਤੇ ਜਿਉਂਦੇ ਹਾਂ, ਜੇ ਨਹੀਂ ਜਪਦੇ ਤੇ ਫਿਰ ਆਤਮਕ ਮੌਤ ਹੋ ਜਾਂਦੀ ਹੈ। ਪਾਰ ਬ੍ਰਹਮ ਪ੍ਰਭ ਅੰਤਰ ਜਾਮੀ, ਜਿਨ ਸੇਵਿਆ ਤਿਨ ਹੀ ਸੁਖ ਪਾਇਆ, ਸੋ ਜਨਮ ਨਾ ਜੂਐ ਹਾਰੀ ਜੀਓ। ਜਿਸ ਨੇ ਹੇ ਪ੍ਰਮਾਤਮਾ ਤੇਰਾ ਨਾਮ ਜਪਿਆ, ਤਿਨ ਹੀ ਸੁਖ ਪਾਇਆ, ਉਹ ਸੁਖ ਦੀ ਪ੍ਰਾਪਤੀ ਕਰ ਲੈਂਦਾ ਹੈ। ਗੁਰੂ ਪਿਆਰਿਓ, ਹਰ ਬੰਦਾ ਜਿਹੜਾ ਸੋਚਦਾ ਹੈ, ਉਸ ਦੀ ਸੋਚ ਇਹ ਹੈ ਕਿ ਮੈਨੂੰ ਸੁਖ ਦੀ ਪ੍ਰਾਪਤੀ ਹੋ ਜਾਵੇ। ਅਸੀਂ ਜਿੰਨੇ ਵੀ ਉਪਰਾਲੇ ਕਰਦੇ ਹਾਂ ਨਾ, ਉਦਮ ਕਰਦੇ ਹਾਂ, ਉਹ ਕੇਵਲ ਸੁੱਖਾਂ ਵਾਸਤੇ ਕਰਦੇ ਹਾਂ। ਬੱਚਾ ਪੜ੍ਹਾਈ ਵਿੱਚ ਮਿਹਨਤ ਕਰ ਰਿਹਾ ਹੈ, ਕੋਈ ਵਪਾਰ ਵਿੱਚ ਮਿਹਨਤ ਕਰ ਰਿਹਾ ਹੈ, ਕੋਈ ਦੁਕਾਨਦਾਰੀ ਵਿੱਚ ਮਿਹਨਤ ਕਰ ਰਿਹਾ ਹੈ। ਇਸ ਦੇ ਪਿੱਛੇ ਇੱਕੋ ਹੀ ਮਨੋਰਥ ਹੈ ਕਿ ਮੈਂ ਤੇ ਮੇਰਾ ਪਰਿਵਾਰ ਜਿਹੜਾ ਇਹ ਸੁਖੀ ਰਹੇ। ਇੱਥੋਂ ਤੱਕ ਅਸੀਂ ਪੂਜਾ ਪਾਠ ਕਰਦੇ ਹਾਂ, ਦਾਨ ਪੁੰਨ ਕਰਦੇ ਹਾਂ, ਇਸ ਵਿੱਚੇ ਵੀ ਸਾਡਾ ਜਿਹੜਾ ਮਨੋਰਥ ਹੈ ਨਾ, ਉਹ ਇਹੋ ਹੀ ਰਹਿੰਦਾ ਹੈ ਕਿ ਪਰਮਾਤਮਾ ਮੇਰਾ ਪਰਿਵਾਰ ਜਿਹੜਾ ਨਾ ਸੁਖੀ ਵਸੇ, ਸੁਖ ਜਿਹੜਾ ਹੈ ਨਾ ਉਹ ਮੇਰੇ ਨਾਲ ਰਹੇ। ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਕਹਿੰਦੇ ਨੇ, ਜਤਨ ਬਹੁਤ ਸੁਖ ਕੇ ਕੀਏ, ਦੁੱਖ ਕੋ ਕਿਓ ਨਾ ਕੋਏ। ਅਸੀਂ ਜਿੰਨੇ ਵੀ ਯਤਨ ਕਰਦੇ ਹਾਂ ਨਾ, ਉਹ ਸੁਖ ਵਾਸਤੇ ਕਰਦੇ ਹਾਂ, ਦੁੱਖ ਵਾਸਤੇ ਕੋਈ ਨਹੀਂ ਕਰਦੇ। ਪਰ ਅਸਲ ਸੁਖ ਕਿੱਥੇ ਹੈ?
ਕੇਵਲ ਦੁਨਿਆਵੀ ਪਦਾਰਥਾਂ ਵਿੱਚ ਸੁੱਖ ਨਹੀਂ ਜੇ ਮਿਲ ਸਕਦਾ, ਭਾਵੇਂ ਕਿੰਨਾ ਵੀ ਇਕੱਠਾ ਕਰ ਲਈਏ ਸਰੀਰਿਕ ਸੁੱਖ ਤਾਂ ਮਿਲ ਸਕਦੇ ਨੇ, ਪਰ ਖਿਆਲ ਕਰਿਓ ਆਤਮਕ ਸੁੱਖ ਦੀ ਜਿਹੜੀ ਪ੍ਰਾਪਤੀ ਹੈ ਨਾ, ਉਹ ਦੁਨਿਆਵੀ ਧਨ ਦੇ ਨਾਲ, ਦੁਨਿਆਵੀ ਇੱਜ਼ਤ ਦੇ ਨਾਲ, ਦੁਨਿਆਵੀ ਵਡਿਆਈ ਦੇ ਨਾਲ ਕਦੇ ਵੀ ਨਹੀਂ ਜੇ ਹੋ ਸਕਦੀ। ਪਾਤਸ਼ਾਹ ਦਾ ਬਚਨ ਅਸੀਂ ਪੜ੍ਹਦੇ ਹਾਂ, ਸੁਖ ਨਾਹੀ ਬਹੁਤੈ ਧਨ ਖਾਟੇ, ਸੁਖ ਨਾਹੀ ਪੇਖੇ ਨਿਤ ਨਾਟੇ, ਸੁਖ ਨਾਹੀ ਬਹੁ ਦੇਸ ਕਮਾਏ, ਸਰਬ ਸੁੱਖਾਂ ਹਰ ਹਰ ਗੁਣ ਗਾਏ, ਜਿਨ ਸੇਵਿਆ ਤਿਨ ਹੀ ਸੁਖ ਪਾਇਆ। ਜਿਸ ਨੇ ਨਾਮ ਜਪਿਆ ਨਾ, ਉਹ ਸੁਖ ਦੀ ਦਾਤ ਪ੍ਰਾਪਤ ਕਰ ਲੈਂਦਾ ਹੈ। ਇਸ ਕਰਕੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਰੋਜ਼ ਆਵਾਜ਼ ਮਾਰਦੇ ਨੇ, ਸਿੱਖਾ ਆ ਮੇਰੇ ਕੋਲ ਆ, ਤੇ ਦੁੱਖ ਜਿਹੜੇ ਨੇ ਉਹ ਮੈਨੂੰ ਦੇ ਜਾ, ਤੇ ਸੁੱਖ ਜਿਹੜੇ ਨੇ ਉਹ ਮੇਰੇ ਘਰ ਤੋਂ ਆਪਣੀ ਝੋਲੀ ਵਿੱਚ ਪਾ ਕਰਕੇ ਲੈ ਜਾ। ਜਿਨ ਸੇਵਿਆ ਤਿਨ ਪਾਇਆ ਮਾਨ, ਨਾਨਕ ਗਾਵੀਐ ਗੁਣੀ ਨਿਧਾਨ। ਗਾਵੀਐ ਸੁਣੀਐ ਮਨ ਰੱਖੀਐ ਭਾਉ, ਦੁੱਖ ਪਰ ਹਰ ਸੁਖ ਘਰ ਲੈ ਜਾਏ। ਪਾਤਸ਼ਾਹ ਕਹਿੰਦੇ ਮੈਂ ਗਰੰਟੀ ਦਿੰਦਾ, ਜੇ ਤੂੰ ਨਾਮ ਰਸਨਾ ਦੇ ਨਾਲ ਜਪੇਂਗਾ ਨਾ, ਤਾਂ ਫਿਰ ਸੁਖ ਲੈ ਜਾਏਗਾ ਤੇ ਦੁੱਖ ਜਿਹੜੇ ਨੇ ਉਹਨਾਂ ਦਾ ਨਾਸ ਹੋ ਜਾਏਗਾ। ਜਿਨ ਸੇਵਿਆ ਤਿਨ ਹੀ ਸੁਖ ਪਾਇਆ, ਸੋ ਜਨਮ ਨਾ ਜੂਐ ਹਾਰੀ ਜੀਓ। ਪਾਤਸ਼ਾਹ ਕਹਿੰਦੇ ਜਿਸ ਨੇ ਨਾਮ ਜਪਿਆ, ਉਹ ਮਨੁੱਖਾ ਜੀਵਨ ਦੀ ਬਾਜ਼ੀ ਜਿਹੜੀ ਹੈ ਨਾ, ਉਹ ਹਾਰਦਾ ਨਹੀਂ ਬਲਕਿ ਜਿੱਤ ਕੇ ਜਾਉਂਦਾ ਹੈ। ਜਿਵੇਂ ਇੱਕ ਜੁਆਰੀ ਜੂਏ ਦੇ ਅੰਦਰ ਆਪਣਾ ਸਭ ਕੁਝ ਹਾਰ ਜਾਂਦਾ ਹੈ, ਰੱਬੀ ਬੰਦਾ ਉਹ ਕਦੇ ਹਾਰਦਾ ਨਹੀਂ, ਉਹ ਜੀਵਨ ਦੀ ਬਾਜੀ ਹਾਰ ਕਰ ਜਿੱਤ ਕਰਕੇ ਜਾਂਦਾ ਹੈ। ਤਾਂ ਹੀ ਤਾਂ ਪਾਤਸ਼ਾਹ ਨੇ ਸਾਨੂੰ ਸੁਚੇਤ ਕੀਤਾ, ਕਹਿਣ ਲੱਗੇ ਗੁਰਮੁਖ ਲਾਹਾ ਲੈ ਗਏ, ਮਨਮੁਖ ਚੱਲੇ ਮੂਲ ਗਵਾਏ ਜੀਓ। ਅਗਲਾ ਪਦਾ, ਨਾਮ ਅਵਖਦ ਜਿਨ ਜਨ ਤੇਰੇ ਪਾਇਆ, ਜਨਮ ਜਨਮ ਕਾ ਰੋਗ ਗਵਾਇਆ। हे ਪ੍ਰਮਾਤਮਾ, ਜਿਸ ਨੇ ਤੇਰੇ ਨਾਮ ਦਾ ਦਾਰੂ ਗੁਰੂ ਦੀ ਕਿਰਪਾ ਦੇ ਨਾਲ ਆਪਣੇ ਅੰਦਰ ਕਰ ਲਿਆ, ਜਨਮ ਜਨਮ ਕਾ ਰੋਗ ਗਵਾਇਆ, ਉਸਨੇ ਆਪਣੇ ਜਨਮਾਂ ਜਨਮਾਂਤਰਾਂ ਦੇ ਰੋਗ ਜਿਹੜੇ ਨੇ ਉਹ ਖਤਮ ਕਰ ਲਏ। ਇਹ ਨਾਮ ਦੇ ਦਾਰੂ ਦੀ ਗੱਲ ਹੈ। ਨਾਮ ਦਾ ਦਾਰੂ ਮਿਲਦਾ ਹੈ ਗੁਰੂ ਦੇ ਕੋਲ। ਸਾਨੂੰ ਕੋਈ ਬਿਮਾਰੀ ਲੱਗੀ ਹੋਵੇ ਨਾ, ਤੇ ਜੇ ਕਿਸੇ ਸਿਆਣੇ ਡਾਕਟਰ ਦੇ ਕੋਲ ਚਲੇ ਜਾਈਏ, ਸੂਝਵਾਨ ਹੋਵੇ, ਜਿਸ ਨੂੰ ਐਕਸਪੀਰੀਅੰਸ ਹੋਵੇ, ਜੇ ਉਸ ਦੇ ਕੋਲ ਜਾਵਾਂਗੇ ਨਾ, ਤੇ ਫਿਰ ਰੋਗ ਮੁਕਤ ਹੋ ਜਾਵਾਂਗੇ। ਉਹ ਡਾਕਟਰ ਸਾਡੀ ਬਿਮਾਰੀ ਨੂੰ ਖਤਮ ਕਰ ਦੇਗਾ। ਪਰ ਖਿਆਲ ਕਰਨਾ, ਜੇ ਕਿਤੇ ਅਸੀਂ ਡਾਕਟਰ ਦੇ ਕੋਲ ਚਲੇ ਜਾਈਏ ਪਰ ਅੱਗੇ ਡਾਕਟਰ ਸਿਆਣਾ ਨਾ ਹੋਵੇ, ਤੇ ਕੋਈ ਅਨੁਭਵ ਨਾ ਹੋਵੇ, ਕੋਈ ਐਕਸਪੀਰੀਅੰਸ ਨਾ ਹੋਵੇ, ਤੇ ਉਸ ਦੀ ਦਵਾ ਜਿਹੜੀ ਹੈ ਨਾ, ਉਹ ਸਾਨੂੰ ਸਾਈਡ ਇਫੈਕਟ ਕਰ ਦਿੰਦੀ ਹੈ। ਤੇ ਕਈ ਵਾਰੀ ਬੰਦਾ ਠੀਕ ਹੋਣ ਦੀ ਬਜਾਏ ਹੋਰ ਜ਼ਿਆਦਾ ਬਿਮਾਰ ਹੋ ਜਾਂਦਾ ਹੈ। ਹੁਣ ਰੋਗ ਲੱਗੇ ਨੇ ਸਾਡੇ ਮਨ ਨੂੰ, ਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸ਼ਰਨ ਵਿੱਚ ਆ ਗਏ ਤੇ ਰੋਗ ਖਤਮ ਹੋ ਜਾਣਗੇ। ਪਰ ਖਿਆਲ ਕਰਿਓ, ਜੇ ਕਿਤੇ ਪਖੰਡੀਆਂ ਦੇ ਕੋਲ ਚਲੇ ਗਏ ਨਾ, ਫਿਰ ਇਹ ਜਿਹੜੇ ਰੋਗ ਨੇ ਹੋਰ ਵੱਧ ਜਾਣਗੇ। ਇਸ ਕਰਕੇ ਪਾਤਸ਼ਾਹ ਕਹਿੰਦੇ ਜਿਹੜਾ ਗੁਰੂ ਦੇ ਦਰ ਤੇ ਆ ਗਿਆ, ਕਿਉਂਕਿ ਗੁਰੂ ਜਿਹੜਾ ਨਾ ਉਹ ਨਾਮ ਦਾ ਦਾਰੂ ਦਿੰਦਾ ਹੈ, ਔਰ ਇਸ ਦਾਰੂ ਨੂੰ ਪ੍ਰਾਪਤ ਕਰਕੇ ਬੰਦੇ ਦੇ ਜਨਮਾਂ ਜਨਮਾਂਤਰਾਂ ਦੇ ਰੋਗ ਜਿਹੜੇ ਨੇ ਉਹ ਮੁੱਕ ਜਾਂਦੇ ਨੇ। ਜਨਮ ਜਨਮ ਕਾ ਰੋਗ ਗਵਾਇਆ, ਹਰ ਕੀਰਤਨ ਗਾਵੋ ਦਿਨ ਰਾਤੀ, ਸਫਲ ਇਹਾ ਹੈ ਕਾਰੀ ਜੀਓ। हे ਪ੍ਰਮਾਤਮਾ, ਦਿਨ ਰਾਤ ਅਸੀਂ ਕੀਰਤਨ ਕਰੀਏ ਤੇਰੇ ਨਾਮ ਦਾ। ਕੀਰਤਨ ਦਾ ਜਿਹੜਾ ਅਖਰੀ ਅਰਥ ਹੈ ਨਾ, ਉਹ ਹੈ ਪਰਮਾਤਮਾ ਦੀ ਕੀਰਤੀ, ਪਰਮਾਤਮਾ ਦੀ ਵਡਿਆਈ। ਦਿਨ ਰਾਤ ਵਡਿਆਈ ਕਰੀਏ, ਤੇਰੀ ਸ਼ੋਭਾ ਕਰੀਏ, ਨਾਮ ਜਪੀਏ, ਸਫਲ ਇਹਾ ਹੈ ਕਾਰੀ ਜੀਓ। ਇਹ ਜਿਹੜੀ ਕਾਰ ਹੈ ਨਾ, ਇਹ ਲਾਭ ਦੇਣ ਵਾਲੀ ਹੈ। ਇਸ ਤੋਂ ਚੰਗੀ ਕਾਰ ਦੁਨੀਆ ਦੇ ਅੰਦਰ ਹੋਰ ਕੋਈ ਨਹੀਂ। ਦ੍ਰਿਸ਼ਟ ਧਾਰ ਆਪਣਾ ਦਾਸ ਸਵਾਰਿਆ, ਜਿਸ ਦਾਸ ਦੇ ਉੱਤੇ ਗੁਰੂ ਕਿਰਪਾ ਕਰਦਾ ਹੈ ਨਾ, ਉਸ ਦਾ ਜੀਵਨ ਸੁਚੱਜਾ ਬਣਾ ਦਿੰਦਾ ਹੈ, ਉਸ ਦਾ ਜੀਵਨ ਚੰਗਾ ਬਣ ਜਾਂਦਾ ਹੈ। ਕਿਉਂਕਿ ਗੁਰੂ ਦੀ ਮਿਹਰ ਦੇ ਅੰਦਰ ਨਾ ਬੜੀ ਬਰਕਤ ਹੈ। ਜੇ ਗੁਰੂ ਮਿਹਰ ਕਰ ਦੇਵੇ
ਤੇ ਬੰਦੇ ਦਾ ਜੀਵਨ ਜਿਹੜਾ ਹੈ ਨਾ ਉਸ ਨੂੰ ਤਬਦੀਲ ਕਰ ਦਿੰਦਾ ਹੈ। ਧੰਨ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਦੇ ਦਰਬਾਰ ਵਿੱਚ ਆਪਾਂ ਹਾਜ਼ਰੀਆਂ ਭਰ ਰਹੇ ਹਾਂ। ਸਾਧ ਸੰਗਤ ਕੌਣ ਜਾਣਦਾ ਸੀ ਛੱਜੂ ਝੀਵਰ ਨੂੰ, ਪਰ ਜਦੋਂ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਦੀ ਮਿਹਰ ਦੀ ਨਜ਼ਰ ਹੋਈ ਨਾ ਤਾਂ ਉਸ ਛੱਜੂ ਨੇ ਗੀਤਾ ਦੇ ਜ਼ਬਾਨੀ ਅਰਥ ਕਰ ਦਿੱਤੇ। ਕਿਉਂਕਿ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਦੀ ਨਜ਼ਰ ਇਹਨਾਂ ਦੋਨੇ ਲੋਕਾਂ ਨੂੰ ਸਵਾਰ ਦਿੰਦੀ ਹੈ। ਭਾਈ ਨੰਦ ਲਾਲ ਸਾਹਿਬ ਕਹਿੰਦੇ ਨੇ ਤੁਫੈਲਸ ਦੋ ਆਲਮ ਖੁਦ ਕਾਮਯਾਬ। ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਦੀ ਨਜ਼ਰ ਦੋਵੇਂ ਲੋਕਾਂ ਨੂੰ ਸਫਲਾ ਕਰ ਦਿੰਦੀ ਹੈ। ਅਜ਼ੋ ਗਸਤਾ ਹਰ ਜ਼ਰਰਾ ਖੁਰ ਕਾਮਯਾਬ। ਕਹਿਣ ਲੱਗੇ ਜੇ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਦੀ ਨਜ਼ਰ ਇੱਕ ਤਿਣਕੇ ਤੇ ਵੀ ਪੈ ਜਾਏ ਨਾ ਤਾਂ ਉਸ ਵਿੱਚੋਂ ਵੀ ਸੂਰਜ ਵਰਗੀ ਰੋਸ਼ਨੀ ਪੈਦਾ ਹੋ ਜਾਂਦੀ ਹੈ। ਅਜ਼ੋ ਗਸਤਾ ਹਰ ਜ਼ਰਰਾ ਖੁਰਸ਼ੀਦ ਤਾਬ। ਖੁਰਸ਼ੀਦ ਕਹਿੰਦੇ ਨੇ ਸੂਰਜ ਨੂੰ, ਤਾਬ ਕਹਿੰਦੇ ਨੇ ਰੋਸ਼ਨੀ ਨੂੰ। ਕਹਿੰਦੇ ਉਸ ਵਿੱਚੋਂ ਜਿਸ ਉੱਤੇ ਗੁਰੂ ਹਰਕ੍ਰਿਸ਼ਨ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੀ ਮਿਹਰ ਹੋ ਜਾਵੇ ਨਾ ਤਾਂ ਉਸ ਤਿਣਕੇ ਵਿੱਚੋਂ ਵੀ ਸੂਰਜ ਵਰਗੀ ਰੋਸ਼ਨੀ ਜਿਹੜੀ ਹੈ ਨਾ ਉਹ ਪੈਦਾ ਹੋ ਜਾਂਦੀ ਹੈ। ਦ੍ਰਿਸ਼ਟ ਧਾਰ ਆਪਣਾ ਦਾਸ ਸਵਾਰਿਆ, ਘਟ ਘਟ ਅੰਤਰ ਪਾਰ ਬ੍ਰਹਮ ਨਮਸਕਾਰਿਆ। ਤੇ ਜਿਹਦੇ ਉੱਤੇ ਗੁਰੂ ਕਿਰਪਾ ਕਰਦਾ ਹੈ ਨਾ, ਹਰੇਕ ਹਿਰਦੇ ਦੇ ਅੰਦਰ ਉਹ ਪਰਮਾਤਮਾ ਨੂੰ ਵੇਖਦਾ ਹੈ ਤੇ ਸਾਰਿਆਂ ਨੂੰ ਨਮਸਕਾਰ ਕਰਦਾ ਹੈ, ਭਾਵ ਕਿ ਸਾਰਿਆਂ ਦੇ ਨਾਲ ਪਿਆਰ ਕਰਦਾ ਹੈ। ਤੇਰ ਮੇਰ ਵਾਲੀ ਜਿਹੜੀ ਭਾਵਨਾ ਹੈ ਨਾ ਉਹ ਖਤਮ ਹੋ ਜਾਂਦੀ ਹੈ। ਇਕਸ ਵਿਣ ਹੋਰ ਦੂਜਾ ਨਾਹੀ, ਬਾਬਾ ਨਾਨਕ ਇਹ ਮਤ ਸਾਰੀ ਜੀਓ। ਹੇ ਪਰਮਾਤਮਾ, ਤੇਰੇ ਤੋਂ ਬਗੈਰ ਤੇਰੇ ਵਰਗਾ ਹੋਰ ਦੂਜਾ ਕੋਈ ਨਹੀਂ। ਇੱਕ ਤੂੰ ਹੈ, ਇੱਕੋ ਇੱਕ ਤੂੰ ਹੈ ਤੇਰੇ ਵਰਗਾ। ਕਿਤੇ ਅਸੀਂ ਭੁਲੇਖੇ ਵਿੱਚ ਨਾ ਰਹਿ ਜਾਈਏ ਕਿ ਪਰਮਾਤਮਾ ਵਰਗਾ ਹੋਰ ਕੋਈ ਦੂਜਾ ਵੀ ਹੋ ਸਕਦਾ ਹੈ। ਪਾਤਸ਼ਾਹ ਕਹਿੰਦੇ ਨਹੀਂ, ਸਾਹਿਬ ਮੇਰਾ ਇੱਕੋ ਹੈ, ਇੱਕੋ ਹੈ ਭਾਈ ਇੱਕੋ ਹੈ। ਪਰਮਾਤਮਾ ਵਰਗਾ ਹੋਰ ਕੋਈ ਦੂਜਾ ਨਹੀਂ। ਦੁਨੀਆ ਦੀ ਸੋਚ ਹੋਵੇਗੀ, ਦੁਨੀਆ ਦੀ ਵਿਚਾਰ ਹੋਵੇਗੀ ਕਿ ਪਰਮਾਤਮਾ ਇੱਕ ਨਹੀਂ, ਪੈਦਾ ਕਰਨ ਵਾਲਾ ਵੱਖਰਾ ਹੈ, ਮਾਰਨ ਵਾਲਾ ਵੱਖਰਾ ਹੈ ਤੇ ਰਿਜ਼ਕ ਦੇਣ ਵਾਲਾ ਵੱਖਰਾ ਹੈ। ਪਰ ਸਤਿਗੁਰ ਪਾਤਸ਼ਾਹ ਕਹਿੰਦੇ ਨਹੀਂ, ਪਰਮਾਤਮਾ ਇੱਕ ਹੈ, ਉਹੀ ਸਾਰਿਆਂ ਨੂੰ ਪੈਦਾ ਕਰਦਾ ਹੈ, ਸਾਰਿਆਂ ਨੂੰ ਰਿਜ਼ਕ ਦਿੰਦਾ ਹੈ ਤੇ ਸਾਰਿਆਂ ਨੂੰ ਮਾਰਨ ਵਾਲਾ ਵੀ ਇੱਕੋ ਇੱਕ ਪਰਮਾਤਮਾ ਹੈ। ਸੋ ਇੱਕ ਪਰਮਾਤਮਾ ਦੇ ਨਾਮ ਦੇ ਨਾਲ ਜੁੜੀਏ। ਸਤਿਗੁਰੂ ਪਾਤਸ਼ਾਹ ਸਾਨੂੰ ਬਚਨ ਦ੍ਰਿੜ ਕਰਾਉਂਦੇ ਨੇ, ਏਕੋ ਜਪ ਏਕੋ ਸਾਲਾਹੇ, ਏਕ ਸਿਮਰ ਏਕੋ ਮਨ ਆਹੇ, ਏਕਸ ਕੇ ਗੁਣ ਗਾਓ ਅਨੰਤ, ਮਨ ਤਨ ਜਾਪ ਏਕ ਭਗਵੰਤ। ਪਾਤਸ਼ਾਹ ਜੀ ਕਹਿੰਦੇ ਨੇ ਇਕਸ ਵਿਣ ਹੋਰ ਦੂਜਾ ਨਾਹੀ। ਹੇ ਪਰਮਾਤਮਾ, ਤੇਰੇ ਵਰਗਾ ਹੋਰ ਕੋਈ ਦੂਜਾ ਨਹੀਂ ਹੈ। ਬਾਬਾ ਨਾਨਕ ਇਹ ਮਤ ਸਾਰੀ ਜੀਓ। ਇਹ ਜਿਹੜੀ ਮਤ ਹੈ ਨਾ, ਹੇ ਨਾਨਕ, ਇਹ ਸਭ ਤੋਂ ਚੰਗੀ ਹੈ। ਇਹ ਸੂਝ ਸਭ ਤੋਂ ਸ਼੍ਰੇਸ਼ਟ ਹੈ ਕਿ ਪਰਮਾਤਮਾ ਇੱਕ ਹੈ ਤੇ ਉਸ ਪਰਿਪੂਰਨ ਪਰਮਾਤਮਾ ਦਾ ਨਾਮ ਜਪ ਕੇ ਅਸੀਂ ਆਤਮਕ ਜੀਵਨ ਦੀ ਸੋਝੀ ਪ੍ਰਾਪਤ ਕਰ ਸਕਦੇ ਹਾਂ, ਆਤਮਕ ਜੀਵਨ ਮਾਣ ਸਕਦੇ ਹਾਂ। ਸਤਿਗੁਰੂ ਪਾਤਸ਼ਾਹ ਕਿਰਪਾ ਕਰਨ, ਅਸੀਂ ਸਾਰਿਆਂ ਨੂੰ ਨਾਮਦਾਨ ਗੁਰਸਿੱਖੀ ਜੀਵਨ ਬਖਸ਼ਣ। ਅਸੀਂ ਰਸਨਾ ਦੇ ਨਾਲ ਨਾਮ ਜਪੀਏ ਤਾਂ ਕਰਕੇ ਸਾਡਾ ਇਹ ਜਿਹੜਾ ਜੀਵਨ ਹੈ ਨਾ ਇਹ ਸਫਲਾ ਹੋ ਸਕੇ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਪਾਤਸ਼ਾਹ ਮਹਾਰਾਜ ਜੀ ਦਾ ਕੋਟਾਨ ਕੋਟ ਧੰਨਵਾਦ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਕੋਟਾਨ ਕੋਟ ਧੰਨਵਾਦ, ਜਿਨ੍ਹਾਂ ਦੀ ਕਿਰਪਾ ਸਦਕਾ ਆਪ ਸੰਗਤਾਂ ਦੇ ਨਾਲ ਗੁਰਮਤ ਵਿਚਾਰਾਂ ਦੀ ਸਾਂਝ ਹੋਈ ਹੈ। ਅਤਿ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਜੀ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਦਿਲ ਦੀ ਗਹਿਰਾਈਆਂ ਤੋਂ ਧੰਨਵਾਦ ਕਰਦਾ ਹੋਇਆ ਦਾਸ ਭੁੱਲਾਂ ਚੁੱਕਾਂ ਦੀ ਮੁਆਫੀ ਮੰਗਦਾ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹਿਲਾ